ਜੀ ਮੈਂ ਹੁੰਦਾ ਵਾਰਿਆ, 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 ਫਰੀਦਾ ਜੀ ਮੈਂ ਹੁੰਦਾ ਵਾਰਿਆ, 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 ਜੀ ਮੈਂ ਹੁੰਦਾ ਵਾਰਿਆ, ਫਰੀਦਾ, ਫਰੀਦਾ ਜੀ ਮੈਂ ਹੁੰਦਾ ਵਾਰਿਆ, ਜੀ ਮੈਂ ਹੁੰਦਾ ਵਾਰਿਆ, ਫਰੀਦਾ ਜੀ ਮੈਂ ਹੁੰਦਾ ਵਾਰਿਆ, ਫਰੀਦਾ ਜੀ ਮੈਂ ਹੁੰਦਾ ਵਾਰਿਆ, ਮਿੱਤਾ ਆਇੜਿਆ, ਮਿੱਤਾ ਆਇੜਿਆ, ਮਿੱਤਾ ਆਇੜਿਆ, ਜੀ ਮੈਂ ਹੁੰਦਾ ਵਾਰਿਆ, ਫਰੀਦਾ ਜੀ ਮੈਂ ਹੁੰਦਾ ਵਾਰਿਆ, ਮਿੱਤਾ ਆਇੜਿਆ, ਮਿੱਤਾ ਆਇੜਿਆ, ਮਿੱਤਾ ਆਇੜਿਆ, ਜੀ ਮੈਂ ਹੁੰਦਾ ਵਾਰਿਆ, ਫਰੀਦਾ ਜੀ ਮੈਂ ਹੁੰਦਾ ਵਾਰਿਆ, हेड़ा जले मजीठ जूं, हेड़ा जले
मजीठ ज्यों हेड़ा जले मजीठ ज्यों हेड़ा जले मजीठ ज्यों ऊपर अंगारा हेड़ा जले मजीठ ज्यों हेड़ा जले मजीठ ज्यों ऊपर अंगारा ऊपर अंगारा ऊपर अंगारा ऊपर अंगारा जी मैं होंदा वारिया फरीदा जी मैं होंदा वारिया मित्ता एड़िया मित्ता एड़िया जी मैं होंदा फरीदा जी मैं होंदा वारिया हेड़ा जले मजीठ ज्यों हेड़ा जले मजीठ ज्यों हेड़ा जले मजीठ ज्यों मजीठ ज्यों ऊपर अंगारा ऊपर अंगारा ऊपर अंगारा हेड़ा जले मजीठ ज्यों हेड़ा जले मजीठ ज्यों ऊपर अंगारा ऊपर अंगारा ऊपर अंगारा ऊपर अंगारा ऊपर अंगारा ऊपर अंगारा जी मैं होंदा वारिया फरीदा
ਮਿਲਿਆ ਜੀ ਮੈਂ ਹੁੰਦਾ ਵਾਰਿਆ ਫਰੀਦਾ ਜੀ ਮੈਂ ਹੁੰਦਾ ਵਾਰਿਆ ਜੀ ਮੈਂ ਹੁੰਦਾ ਵਾਰਿਆ ਫਰੀਦਾ। ਪਿਆਰੀ ਸਾਧ ਸੰਗਤ ਜੀ, ਜੋ ਅਸੀਂ ਸ਼ਲੋਕ ਗਾਇਨ ਕੀਤਾ ਹੈ, ਇਸ ਦੀ ਬਾਣੀ ਦੀ ਬਣਤਰ ਇਹ ਗੁਰੂ ਗ੍ਰੰਥ ਸਾਹਿਬ ਦੇ 1379 ਭਾਵ 1379 ਅੰਕ 'ਤੇ ਸੁਸ਼ੋਭਿਤ ਹੈ। ਫਰੀਦ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਸ਼ਬਦ ਹਨ, ਪਰ ਉਹਨਾਂ ਤੋਂ ਇਲਾਵਾ ਲੜੀਵਾਰ ਸ਼ਲੋਕ ਸ਼ੇਖ ਫਰੀਦ ਜੀ ਕੇ ਸਿਰਲੇਖ ਹੇਠਾਂ 130 ਸ਼ਲੋਕਾਂ ਦੀ ਲੜੀ, ਜਿਹਦੇ ਵਿੱਚ 15-16 ਸ਼ਲੋਕ ਗੁਰੂ ਸਾਹਿਬ ਦੇ ਨੇ, ਉਹ ਸਾਰੀ ਲੜੀ ਵਿੱਚ ਅੱਜ ਅਸੀਂ 22 ਨੰਬਰ ਸ਼ਲੋਕ ਗਾਇਨ ਕੀਤਾ ਹੈ। ਸਾਧ ਸੰਗਤ ਜੀ, ਜਦੋਂ ਅਸੀਂ ਇਸ ਤਰੀਕੇ ਦੇ ਨਾਲ ਸ਼ਲੋਕ ਪੜ੍ਹਦੇ ਹਾਂ, ਅਸੀਂ ਇੱਕ ਸ਼ਾਇਦ ਅਸੀਂ ਪੂਨੇ ਸ਼ਬਦ ਪੜ੍ਹਿਆ, ਚੜ੍ਹ ਕੇ ਘੋੜੜੇ ਕੁੰਦੇ ਪਕੜੇ ਖੂੰਡੀ ਦੀ ਖਿਡਾਰੀ, ਹੰਸਾ ਸੇਤੀ ਚਿੱਤ ਉਲਾਸੈ ਕੁੱਕੜ ਦੀ ਉਡਾਰੀ। ਸੋ ਅਸੀਂ ਗਾਣਾ ਸ਼ੁਰੂ ਕੀਤਾ ਕੁੱਕੜ ਦੀ ਉਡਾਰੀ। ਸੰਗਤਾਂ 'ਚੋਂ ਇੱਕ ਸੱਜਣ ਉੱਠ ਕੇ ਆਏ, ਉਹ ਮੈਨੂੰ ਕਹਿੰਦੇ ਨੇ, ਪ੍ਰਬੰਧਕਾਂ ਨੂੰ ਕਹਿੰਦੇ ਨੇ, ਇਹਨਾਂ ਨੂੰ ਕਹੋ ਕੱਚੀ ਬਾਣੀ ਨਾ ਪੜ੍ਹੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਿਆ ਕਰੋ। ਮੈਂ ਬੜਾ ਹੈਰਾਨ ਹੋਇਆ ਕਿ ਅਸੀਂ ਪੜ੍ਹਦੇ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹਾਂ, ਪਰ ਮੈਨੂੰ ਇੱਕ ਮਾਨਸਿਕਤਾ ਸਮਝ ਆਈ, ਉਹ ਇਹ ਕਿ ਅਸੀਂ ਸਿਰਫ ਹਿੱਲੇ ਹੋਏ ਹਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਪੜ੍ਹ ਦਿਓ, ਤਾਤੀ ਵਾਹ ਨਾ ਲੱਗ ਗਈ ਪੜ੍ਹ ਦਿਓ, ਜੋ ਮੈਂ ਮੰਗੇ ਠਾਕੁਰ ਆਪਣੇ 'ਤੇ ਪੜ੍ਹ ਦਿਓ। ਸਿਰਫ ਅਸੀਂ ਕੁਛ 94 ਸ਼ਬਦਾਂ ਨੂੰ ਪੜ੍ਹਨ ਸੁਣਨ ਤੱਕ ਮਹਦੂਦ ਹਾਂ। ਸਾਰੇ ਸ਼ਬਦਾਂ ਵਿੱਚ ਗੁਰਮਤਿ ਦਾ ਬੜਾ ਕੀਮਤੀ ਸੁਨੇਹਾ ਹੈ, ਪਰ ਅਸੀਂ ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੈ ਜਿਉਂ ਬਗੁਲ ਸਮਾਧ ਲਗਾਈ ਹੈ, ਉਹਨੂੰ ਕਹਿੰਦੇ ਨੇ ਆਪਣੇ ਸਵਾਰਥ ਵਾਸਤੇ ਆਉਂਦੇ ਹਾਂ, ਔਰ ਸਵਾਰਥ ਸਾਡਾ ਵੈਸਟਿਡ ਇੰਟਰਸਟ ਹੁੰਦਾ ਹੈ ਕਿ ਮੇਰਾ ਕੋਈ ਦੁਨਿਆਵੀ ਕਾਜ ਪੂਰਾ ਕਰ ਦਿਓ। ਇਸ ਕਰਕੇ ਸਾਨੂੰ ਸਿਰਫ ਉਹ ਕੁਛ ਡਿਮਾਂਡ ਕੀਤੇ ਹੋਏ ਸ਼ਬਦਾਂ ਦੀ ਆਦਤ ਪਈ ਹੋਈ ਹੈ। ਬਾਕੀ ਅਸੀਂ ਸਾਰੇ ਬਾਣੀ ਪੜ੍ਹਦੇ ਹਾਂ, ਮੈਂ ਤੁਹਾਨੂੰ ਕੁਛ ਨਹੀਂ ਕਹਿ ਸਕਦਾ, ਸਾਰੇ ਬਾਣੀ ਬਹੁਤ ਪੜ੍ਹਦੇ ਹਾਂ। ਸਿੱਖ ਜਗਤ ਵਿੱਚ ਬਾਣੀ ਵੀ ਪੜ੍ਹਦੇ ਹਾਂ, ਪਾਠ ਵੀ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਵੀ ਰੱਖਦੇ ਹਾਂ। ਇੱਕ ਅਖੰਡ ਪਾਠ ਨਾਲ ਸਾਡੀ ਚੱਲਦੀ ਨਹੀਂ ਹੈ, 11 ਵੀ ਰੱਖਦੇ ਹਾਂ, 101 ਅਖੰਡ ਪਾਠ ਵੀ ਰੱਖਦੇ ਹਾਂ। ਐਸੇ ਸਾਰੇ ਕੰਮ ਅਸੀਂ ਬਹੁਤ ਕਰਦੇ ਹਾਂ, ਲੇਕਿਨ ਸਾਡਾ ਮਨ ਜਿਸ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਹਾਂ, ਉਸ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੋਰ ਕੀਮਤੀ ਕਿਹੜੇ ਸੁਨੇ ਦਿੱਤੇ ਗਏ ਨੇ, ਉਸ ਵੱਲ ਸਾਡਾ ਧਿਆਨ ਰਹਿੰਦਾ ਨਹੀਂ ਹੈ। ਜਦ ਕਿ ਔਰੰਗਾਬਾਦ ਗਏ ਸੀ ਤਾਂ ਇੱਕ ਮਾਤਾ ਜੀ ਕਹਿੰਦੇ ਨੇ ਕਿ ਅਸੀਂ ਤਾਂ 1 ਘੰਟੇ ਅੰਦਰ ਸੁਖਮਨੀ ਸਾਹਿਬ ਕਰਦੇ ਹਾਂ। ਅਸੀਂ ਕਿੱਟੀ ਪਾਰਟੀ ਰੱਖੀ ਹੋਈ ਹੈ ਔਰ ਉਹਦੇ ਵਿੱਚ ਅਸੀਂ ਸੁਖਮਨੀ ਸਾਹਿਬ ਕਰਦੇ ਹਾਂ। ਮੈਂ ਮਾਤਾ ਜੀ ਨੂੰ ਕਿਹਾ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਜੇ ਅੱਛਾ ਲੱਗਾ ਤਾਂ ਮੈਂ ਇੱਕ ਬੇਨਤੀ ਕਰਾਂ, ਤੁਸੀਂ ਨਾ ਆਪਣੇ ਇਸ ਪ੍ਰੋਗਰਾਮ ਵਿੱਚ ਸਾਰੀ 24 ਅਸ਼ਟਪਦੀਆਂ ਸੁਖਮਨੀ ਸਾਹਿਬ ਦੀਆਂ ਪੜ੍ਹਨ ਦੇ ਬਦਲੇ ਸਿਰਫ 1 ਅਸ਼ਟਪਦੀ ਪੜ੍ਹਿਆ ਕਰੋ, ਉਸ ਨੂੰ ਵਿਚਾਰਿਆ ਕਰੋ, ਜੀਵਨ ਵਿੱਚ ਬਦਲਾਹਟ ਆ ਜਾਏਗੀ। ਉਹ ਮਾਤਾ ਜੀ ਨੇ ਇਸ ਤਰ੍ਹਾਂ ਕੀਤਾ ਔਰ ਕੁਝ ਸਮੇਂ ਬਾਅਦ ਉਹਨਾਂ ਦਾ ਫੋਨ ਆਇਆ ਕਿ ਸਾਨੂੰ ਇੰਝ ਲੱਗਦਾ ਸ਼ਾਇਦ ਗੁਰੂ ਗ੍ਰੰਥ ਸਾਹਿਬ ਵਿੱਚ ਕਰੀਬਨ 6000 ਸ਼ਬਦ ਹਨ ਅਤੇ ਇੰਝ ਲੱਗਦਾ ਰਿਪੀਟੀਸ਼ਨ ਹੈ। ਮੈਂ ਮਾਤਾ ਜੀ ਨੂੰ ਬੇਨਤੀ ਕੀਤੀ, ਸਾਨੂੰ ਲਫ਼ਜ਼ਾਂ ਦਾ ਰਿਪੀਟੀਸ਼ਨ ਲੱਗਦਾ ਹੈ। ਦਰਅਸਲ ਗੁਰੂ ਗ੍ਰੰਥ ਸਾਹਿਬ ਜੀ ਅਥਾਹ ਸਮੁੰਦਰ ਹੈ ਔਰ ਇਹਦੇ ਇੱਕ ਲਫ਼ਜ਼, ਇੱਕ ਟਰਮ, ਇੱਕ ਪੰਕਤੀ, ਇੱਕ ਸ਼ਬਦ, ਇੱਕ ਸ਼ਲੋਕ ਦੇ ਪਿੱਛੇ ਸਾਡੇ
ਨੈਗੇਟਿਵ, ਸਾਡੇ ਮੰਦੀ ਸੋਚ, ਸਾਡੇ ਈਵਲ ਥਾਟਸ ਵਾਲੇ, ਡੀਮਨ ਥਾਟਸ ਵਾਲੇ, ਜੰਮ ਬੁੱਧੀ ਵਾਲੇ ਖਿਆਲਾਂ ਨੂੰ ਫਿਕਸਅਪ ਕਰਦਾ ਹੈ, ਬਸ਼ਰਤੇ ਕਿ ਅਸੀਂ ਉਸ ਨੂੰ ਇਸ ਪੱਖੋਂ ਸੁਣਨ ਸਮਝਣ ਦਾ ਚਾਅ ਰੱਖੀਏ। ਸਿਰਫ ਆ ਕੇ ਮੱਥਾ ਟੇਕ ਕੇ ਪਿੱਛੋਂ ਪਰਿਕਰਮਾ ਕਰਕੇ ਘੁੰਮ ਕੇ ਘਰ ਚਲੇ ਗਏ, ਸਾਡੇ ਜੀਵਨ ਵਿੱਚ ਬਦਲਾਹਟ ਨਹੀਂ ਆਈ। ਇਸ ਕਰਕੇ ਸਾਡੇ ਵਿਚਕਾਰ ਗੁਰਮਤ ਦੇ ਸੁਨੇ ਦੇ ਅਗੇਂਸਟ ਜਾਤ ਪਾਤ ਅੱਜ ਹੈ। ਇਸ ਕਰਕੇ ਗੁਰਮਤ ਦੇ ਅਗੇਂਸਟ ਸਾਡੇ ਵਿੱਚ ਊਚ ਨੀਚ ਦਾ ਭੇਦਭਾਵ ਹੈ। ਇਸ ਕਰਕੇ ਅਸੀਂ ਸਹੀ ਮਾਇਨੇ 'ਚ ਵੰਡ ਛਕਣਾ ਨਹੀਂ ਕਰਦੇ ਹਾਂ। ਸਾਡੇ ਵਿਚਕਾਰ ਅਮੀਰੀ ਗਰੀਬੀ ਦਾ ਵਿਤਕਰਾ ਹੈ। ਜਦੋਂ ਅਸੀਂ ਅਮੀਰੀ ਗਰੀਬੀ ਦੇ ਵਿਤਕਰੇ 'ਚ ਰਹਿੰਦੇ ਹਾਂ ਤਾਂ ਅਸੀਂ ਸਮਝਦੇ ਹਾਂ ਗਰੀਬ ਰੱਬ ਜੀ ਨੇ ਬਣਾਏ ਨੇ। ਅਮੀਰ ਮੈਂ ਇਸ ਕਰਕੇ ਹਾਂ ਕਿਉਂਕਿ ਮੇਰੇ ਪਿਛਲੇ ਜਨਮ ਦੇ ਮੱਥੇ ਲਿਖੇ ਭਾਗ ਮੈਂ ਪਿਛਲਾ ਬੀਜਿਆ ਹੋਇਆ ਵੱਢ ਰਿਹਾ। ਇਸ ਕਿਸਮ ਦੇ ਨਾਲ ਅਸੀਂ ਪਿਛਲੇ ਜਨਮ ਦੇ ਕਰਮ ਮੱਥੇ ਲਿਖੇ ਭਾਗਾਂ 'ਤੇ ਟੁਕਾ ਕੇ ਗਰੀਬ ਨੂੰ ਛੱਡ ਦਿੰਦੇ ਹਾਂ, ਪਰ ਗਰੀਬ ਦੇ ਨਾਲ ਉਹਦੀ ਬਾਂਹ ਨਹੀਂ ਫੜਦੇ ਹਾਂ, ਉਹਦੇ ਨਾਲ ਊਚ ਨੀਚ ਦਾ ਵਿਤਕਰਾ ਵੀ ਕਰਦੇ ਹਾਂ ਔਰ ਆਪਣੇ ਹੰਕਾਰ ਵਿੱਚ ਆਪਣੀ ਛਾਤੀ ਉੱਚੀ ਕਰਕੇ ਸਮਾਜ ਵਿੱਚ ਟੁਰਦੇ ਹਾਂ। ਅੱਜ ਦਾ ਸ਼ਲੋਕ ਨਾ ਇਹ ਜਿਹੜਾ ਅਮੀਰੀ ਗਰੀਬੀ ਦਾ ਵਿਤਕਰਾ ਔਰ ਤੇਰ ਮੇਰ ਦਾ ਵਿਤਕਰਾ, ਆਪਣੇ ਬਿਗਾਨੇ ਦਾ ਵਿਤਕਰਾ, ਊਚ ਨੀਚ ਦਾ ਵਿਤਕਰਾ, ਇਸ ਦੇ ਅਗੇਂਸਟ ਜਿਹੜਾ ਹਜ਼ਾਰਾਂ ਸਾਲਾਂ ਤੋਂ ਇਹ ਵਿਤਕਰੇ ਦਾ ਫਿਊਡਲ ਸਿਸਟਮ ਚੱਲ ਰਿਹਾ ਸੀ ਨਾ, ਉਸ ਦੇ ਅਗੇਂਸਟ ਫਰੀਦ ਜੀ ਸੁਨੇਹਾ ਦਿੰਦੇ ਨੇ। ਜੇ ਅਸੀਂ ਇਹ ਨਹੀਂ ਸਮਝਦੇ ਹਾਂ ਤਾਂ ਅਸੀਂ ਕਿਸ ਤਰੀਕੇ ਦੇ ਅਰਥ ਕਰਦੇ ਹਾਂ। ਮੈਂ ਇੱਕ ਸ਼ਲੋਕ ਪੜ੍ਹਦਾ ਫਰੀਦ ਜੀ ਦਾ। ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ, ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ, ਇੱਕ ਨਾ ਨਾਹੀ ਲੋਣ, ਇੱਕ ਨਾ ਨਾਹੀ ਲੋਣ, ਇੱਕ ਨਾ ਨਾਹੀ ਲੋਣ, ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ, ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ। ਅੱਗੇ ਗਏ ਸਿੰਝਾਪ ਸਨ, ਚੋਟਾਂ ਖਾਸੀ ਕਹੂੰ, ਅੱਗੇ ਗਏ ਸਿੰਝਾਪ ਸਨ, ਚੋਟਾਂ ਖਾਸੀ ਕਹੂੰ, ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ ਦਾ, ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ, ਇੱਕ ਨਾ ਨਾਹੀ ਲੋਣ, ਇੱਕ ਨਾ ਲਾਹੀ ਲੋਣ, ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ। ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ। ਅੱਗੇ ਗਏ ਸਿੰਝਾਪ ਸਨ,
ਚੋਟਾਂ ਖਾਸੀ ਕੌਣ ਅੱਗੇ ਗਏ ਸਿੰਝਾਪ ਸਨ। ਚੋਟਾਂ ਖਾਸੀ ਕੌਣ ਇੱਕ ਨ ਆਟਾ ਅਗਲਾ, ਇੱਕ ਨਾ ਨਾਹੀ ਲੂਣ। ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੂਣ। ਜਦੋਂ ਅਸੀਂ ਮਨ ਅੰਦਰ ਇਹ ਧਾਰ ਲਈ ਕਿ ਅਸਲੀ ਪਿਛਲੇ ਜਨਮ ਦੇ ਕਰਮਾਂ ਕਰਕੇ ਅਮੀਰ ਗਰੀਬ ਹਾਂ, ਤਾਂ ਅਸੀਂ ਇਹਦੇ ਅਰਥ ਵੀ ਇੰਝ ਹੀ ਕਰ ਲਏ। ਕਈਆਂ ਕੋਲ ਆਟਾ ਢੇਰ ਸਾਰਾ ਹੁੰਦਾ ਹੈ, ਕਈਆਂ ਕੋਲ ਖਾਣ ਵਾਸਤੇ ਥੋੜ੍ਹਾ ਜਿਹਾ ਲੂਣ ਵੀ ਨਹੀਂ ਹੈ। ਔਰ ਅਸੀਂ ਇਹ ਵਾਲੇ ਅਰਥ ਬਣਾ ਕੇ ਆਪਣੀ ਜਗ੍ਹਾ ਸੋਚ ਲਿਆ, ਆਪੇ ਭਾਂਡੇ ਸਾਜਨ ਆਪੇ ਪੂਰਨ ਦੇ, ਇੱਕ ਨੇ ਦੁੱਧ ਸਮਾਏ ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ। ਜੀ ਇਹ ਰੱਬ ਨੇ ਬਣਾਏ ਨੇ, ਕੁਛ ਅਮੀਰ ਨੇ ਕੁਛ ਗਰੀਬ ਨੇ, ਕੁਛ ਡੰਲਪ 'ਤੇ ਸੌਂਦੇ ਨੇ ਕੁਛ ਉੱਪਰ ਖੜੇ ਰਹਿੰਦੇ ਨੇ। ਇਹ ਸਭ ਰੱਬ ਜੀ ਨੇ ਕੀਤੇ ਨੇ, ਅਸੀਂ ਇਸ ਕਿਸਮ ਦੀ ਸੋਚਣੀ ਬਣਾਈ ਹੋਈ ਹੈ। ਸਾਡੀ ਇਸ ਕਿਸਮ ਦੀ ਸੋਚਣੀ ਸਾਨੂੰ ਵੰਡ ਛਕਣ ਨਹੀਂ ਦਿੰਦੀ ਹੈ। ਸਾਡੀ ਇਸ ਕਿਸਮ ਦੀ ਸੋਚਣੀ ਅੱਗੇ ਗਏ ਸਿੰਜਾਪ ਸਨ ਚੋਟਾਂ ਖਾਸੀ ਕੌਣ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਮਰਨ ਤੋਂ ਬਾਅਦ ਅੱਗੇ ਚੋਟਾਂ ਖਾਣੀਆਂ ਪੈਣਗੀਆਂ। ਸਾਡਾ ਸਾਰਾ ਸਮਾਜਿਕ ਸਿਸਟਮ ਹਿਲ ਜਾਂਦਾ ਹੈ। ਜੇ ਅਸੀਂ ਸਮਝੀਏ ਕਿ ਗੁਰਮਤਿ 'ਚ ਇਸ ਤਰ੍ਹਾਂ ਨਹੀਂ ਹੈ। ਗੁਰਮਤਿ 'ਚ ਗੁਰੂ ਪਾਤਸ਼ਾਹ ਕਹਿੰਦੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਗੁਰਮਤਿ 'ਚ ਇਹ ਵੀ ਆਉਂਦਾ ਹੈ ਕਿ ਰੱਬ ਜੀ ਸਜ਼ਾ ਨਹੀਂ ਦਿੰਦੇ ਨੇ। ਗੁਰਮਤਿ ਵਿੱਚ ਇਹ ਸਬਜੈਕਟ ਸਾਰੀ ਦੁਨੀਆ ਨਾਲੋਂ ਬਿਲਕੁਲ ਵਿਕੋਲਿਤਰਾ ਐਕਸਕਲੂਸਿਵਲੀ ਡਿਫਰੈਂਟ ਹੈ। ਗੁਰਮਤਿ ਨਹੀਂ ਮੰਨਦੀ ਕਿ ਰੱਬ ਪਨਿਸ਼ ਕਰਦਾ ਹੈ। ਗੁਰਮਤਿ ਕਹਿੰਦੀ ਹੈ ਗੋਡ ਨੈਵਰ ਪਨਿਸ਼ਿਸ। ਕਿਉਂ? ਕਿਉਂਕਿ ਗੁਰਮਤਿ ਕਹਿੰਦੀ ਹੈ ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ ਹੋ ਸੰਮਲ ਥਕੀ ਜੀ। ਉਹ ਕਦੇ ਨਾ ਬੋਲੇ ਕੌੜਾ, ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ। ਜਾਂ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵਾਲੇ ਜਿਹੜੇ ਲੋਕਾਂ ਦੇ ਖਿਆਲ ਨੇ ਉਹ ਸੁਣਾਂਗੇ, ਜਾਂ ਅਸੀਂ ਵਿਸ਼ਵਾਸ ਰੱਖਾਂਗੇ ਗੁਰੂ ਗ੍ਰੰਥ ਸਾਹਿਬ 'ਤੇ। ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਪੰਕਤੀ ਗੁਰਮਤਿ ਦਾ ਮਾਈਲਸਟੋਨ ਹੈ, ਦਾਤ ਨਿਸ਼ਾਨ ਹੈ। ਗੁਰਮਤਿ ਦਾ ਗਾਡੀ ਰਾਹ ਦਾ ਮਾਈਲਸਟੋਨਸ ਨੇ। ਗੁਰਮਤਿ ਦਾ ਬੜਾ ਕੀਮਤੀ ਮਾਈਲਸਟੋਨ ਹੈ ਪੂਰੀ ਦੁਨੀਆ ਵਾਸਤੇ ਕਿ ਰੱਬ ਸਿਰਫ ਮਿੱਠਾ ਬੋਲਦਾ ਹੈ। ਹੋਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ। ਪੂਰਨ ਭਗਵਾਨ ਹੈ, ਰੱਬ ਪੂਰਨ ਹੈ, ਪਰਫੈਕਟ ਹੈ। ਔਗੁਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ, ਬਲਕਿ ਮੇਰੀਆਂ ਗਲਤੀਆਂ ਮਾਫ ਕਰ ਦਿੰਦਾ, ਦੇਖਦਾ ਹੀ ਨਹੀਂ ਹੈ, ਅਣਡਿੱਠ ਕਰ ਦਿੰਦਾ ਹੈ। ਰੋਜ਼ ਸਵੇਰੇ ਅਰਦਾਸ ਵਿੱਚ ਅਸੀਂ ਸੁਣਦੇ ਹਾਂ ਵੇਖ ਕੇ ਅਣਡਿੱਠ ਕਰਨਾ। ਸਾਨੂੰ ਸਿਖਾ ਰਹੇ ਨੇ ਕਿ ਵੇਖ ਕੇ ਅਣਡਿੱਠ ਕਰਿਆ ਕਰ, ਪਰ ਨਾਲ ਕੌਨਸੈਪਟ ਗੁਰਮਤਿ ਦਾ ਰੱਖਿਆ ਹੋਇਆ ਕਿ ਰੱਬ ਔਗੁਣ ਵੇਖ ਕੇ ਅਣਡਿੱਠ ਕਰ ਦਿੰਦਾ ਹੈ। ਸਾਧ ਸੰਗਤ ਜੀ, ਇਹ ਬਹੁਤ ਗੁਰਮਤਿ ਦਾ ਬਾਰੀਕ ਨੁਕਤਾ ਹੈ। ਜੇ ਔਗੁਣ ਵੇਖ ਕੇ ਅਡਿਟ ਕਰ ਦਿੰਦਾ ਹੈ, ਅਸੀਂ ਕਿਸ ਤਰ੍ਹਾਂ ਸੋਚ ਕੇ ਬੈਠੇ ਹੋਏ ਹਾਂ ਕਿ ਉਹ ਪੂਰਾ ਖਾਤਾ ਬਣਾਉਂਦਾ ਹੈ, ਫਿਰ ਮਰਨ ਤੋਂ ਬਾਅਦ ਜੰਮ ਘਸੀਟ ਕੇ ਲੈ ਜਾਂਦੇ ਨੇ, ਫਿਰ ਨਰਕਾਂ 'ਚ ਲੈ ਜਾਂਦਾ ਹੈ, ਫਿਰ ਸਜ਼ਾ ਦਿੰਦਾ ਹੈ, ਫਿਰ ਤੁਹਾਡੇ ਕਰਮਾਂ ਮੁਤਾਬਕ ਤੁਹਾਨੂੰ ਨਰਕ 'ਚ ਸੁੱਟ ਦਿੰਦਾ ਹੈ, ਫਿਰ ਨਹੀਂ ਤੇ ਤੁਹਾਨੂੰ 84 ਵਿੱਚ ਸੁੱਟ ਦਿੰਦਾ ਹੈ, 84 ਦੇ ਗੇੜ ਕੱਟਣ ਵਾਸਤੇ ਸੁੱਟ ਦਿੰਦਾ ਹੈ, ਤੁਹਾਨੂੰ ਦੁਨੀਆ ਅੰਦਰ ਸੁੱਖ ਦੁੱਖ ਭੋਗਣ ਵਾਸਤੇ ਫਿਰ ਭੇਜ ਦਿੰਦਾ ਹੈ।
जैसे तुसी कर्म कीते होंदे ने वैसी लिस्ट के मुताबिक। साध संगत जी, ये गुरमत नहीं है। काश सानू एक गुरमत दे कीमती सिद्धांत प्रैक्टिस करने आ सकन। क्यों नहीं करते हैं? ਉਹਦੇ ਵਾਸਤੇ ਅੱਜ ਲੜੀਵਾਰ ਵਿੱਚ ਸਾਡਾ ਸ਼ਲੋਕ ਆ ਗਿਆ ਫਰੀਦ ਜੀ ਦਾ। ਅਸੀਂ ਪਿਛਲੇ ਦਿਨਾਂ ਕੁਝ ਦਿਨਾਂ ਤੋਂ ਜਦੋਂ ਅਸੀਂ ਸ਼ਲੋਕ ਪੜ੍ਹਦੇ ਪਏ ਹਾਂ, ਅੱਜ ਅਸੀਂ 22 ਨੰਬਰ ਸ਼ਲੋਕ ਪੜ੍ਹ ਰਹੇ ਹਾਂ। ਅਸੀਂ ਪਿਛਲੇ ਦਿਨਾਂ ਤੋਂ ਸੰਗਤ ਸਭ ਜਗ੍ਹਾ ਹਾਜ਼ਰ ਨਹੀਂ ਹੁੰਦੀ ਹੈ, ਲੇਕਿਨ ਲੜੀਵਾਰ ਹਰ ਸ਼ਲੋਕ ਇੱਕ ਦੂਜੇ ਨਾਲ ਇੰਟਰਲਿੰਕਡ ਹੈ। ਸਾਧ ਸੰਗਤ ਜੀ, ਇਹ ਗੁਰਬਾਣੀ ਦੀ ਬੜੀ ਵਿਲੱਖਣ ਜਾਚ ਹੈ, ਬੜੀ ਇੱਕ ਕੀਮਤੀ ਢੰਗ ਹੈ ਗੁਰਬਾਣੀ ਦਾ। ਇਸ ਢੰਗ ਦੇ ਨਾਲ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਿਆ ਤਾਂ ਪਤਾ ਲੱਗਾ ਪਹਿਲੀ ਪੰਕਤੀ, ਦੂਜੀ ਪੰਕਤੀ, ਤੀਜੀ ਪੰਕਤੀ ਦੇ ਨਾਲ ਮਿਲਾ ਕੇ ਪਹਿਲੀ ਪੌੜੀ ਬਣੀ, ਔਰ ਪਹਿਲੀ ਪੌੜੀ ਦੇ ਅਖੀਰ ਵਿੱਚ ਆਇਆ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਤੇ ਹੁਕਮ ਦੀ ਗੱਲ ਕੀਤੀ ਗਈ ਪਹਿਲੀ ਪੌੜੀ 'ਚ, ਦੂਜੀ ਪੌੜੀ ਹੁਕਮ ਦੀ ਸ਼ੁਰੂ ਹੋਈ, ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ। ਇਹਦਾ ਮਤਲਬ ਪਹਿਲੀ ਪੌੜੀ ਇੰਟਰਲਿੰਕਡ ਹੈ ਦੂਜੀ ਪੌੜੀ ਦੇ ਨਾਲ। ਜਿਸ ਤਰ੍ਹਾਂ ਇਸ ਤਰ੍ਹਾਂ ਵਿਚਾਰ ਕੇ ਦੇਖਿਆ, ਦੂਜੀ ਪੌੜੀ ਤੀਜੀ ਨਾਲ ਇੰਟਰਲਿੰਕਡ ਹੈ, ਤੀਜੀ ਚੌਥੀ ਨਾਲ। ਇੱਕੋ ਟੌਪਿਕ ਚੱਲ ਰਿਹਾ ਹੈ ਕਿ ਮੈਂ ਕੁੜਿਆਰ ਤੋਂ ਸਚਿਆਰ ਕਿਵੇਂ ਬਣਾ, ਔਰ 38 ਪੌੜੀਆਂ ਵਿੱਚ ਇਸ ਦੀ ਜਰਨੀ ਕਰਾਈ ਹੈ, ਔਰ ਇਹਨੂੰ ਕੁੜਿਆਰ ਤੋਂ ਸਚਿਆਰ ਬਣਾ ਕੇ ਸੱਚਖੰਡ ਵਸੇ ਨਿਰੰਕਾਰ ਸੱਚਖੰਡ ਤੱਕ ਦੀ ਇਹਦੀ ਆਤਮਿਕ ਅਵਸਥਾ ਦੀ ਯਾਤਰਾ ਕਰਾਈ ਹੈ। ਜੀਂਦੇ ਜੀ ਇਸੇ ਜੀਵਨ ਵਿੱਚ ਕਾਸ਼ ਅਸੀਂ ਇਸ ਤਰ੍ਹਾਂ ਵਿਚਾਰ ਕੇ ਦੇਖੀਏ। ਹੁਣ ਤੱਕ ਅਸੀਂ ਸੁਣਿਆ ਸੀ ਕੁਝ ਪੌੜੀਆਂ ਸਿੱਧਾ ਨਾਲ ਡਿਸਕਸ ਹੋਈਆਂ ਨੇ, ਕੁਝ ਪੀਰ ਫਕੀਰ ਦਸਤਗੀਰ ਨਾਲ ਡਿਸਕਸ ਹੋਈਆਂ ਨੇ, ਕੁਝ ਪਾਂਡਿਆਂ ਨਾਲ, ਕੁਝ ਕਾਜ਼ੀਆਂ ਨਾਲ, ਕੋਈ ਕਿੱਥੇ ਕੋਈ ਕਿੱਥੇ। ਪਰ ਸਾਧ ਸੰਗਤ ਜੀ, ਪੂਰਾ ਜਪਜੀ ਸਾਹਿਬ ਕੋ ਇੱਕ ਯੂਨੀਕ ਲੜੀ ਪਰੋਤੀ ਹੋਈ ਹੈ। ਇੰਝ ਇਹ ਸ਼ਲੋਕਾਂ ਦੀ ਵੀ ਨਾ ਲੜੀ ਵਿੱਚ ਕੁਝ ਸ਼ਲੋਕ ਵਿਕੋ ਲਿਖਤਰੇ ਨੇ, ਇੱਕੋ ਇੱਕ ਸ਼ਲੋਕ ਸਬਜੈਕਟ ਹੈ, ਕੁਝ ਸ਼ਲੋਕ 2-2, 3-3, 5-5 ਦੇ ਸੈੱਟ ਨੇ। ਉਹ ਸਾਨੂੰ ਵਿਚਾਰਨੇ ਚਾਹੀਦੇ ਨੇ। ਸਾਨੂੰ ਆਦਤ ਹੈ ਨਹੀਂ ਹੈ। ਸਾਨੂੰ ਜਿਹੜੀ ਆਦਤ ਪਈ ਹੈ ਉਹ ਆਦਤ ਪਈ ਹੋਈ ਹੈ, ਮੇਰੇ ਘਰ ਮੈਂ ਪਾਠ ਰਖਾਣਾ ਹੈ, ਕੋਈ ਮੇਰਾ ਵੈਸਟਿਡ ਇੰਟਰਸਟ ਹੈ। ਪਾਠ ਰਖਾ ਕੇ ਮੈਂ ਪਾਠ ਦੇ ਕੋਲ ਬਹਿਣਾ ਨਹੀਂ ਹੈ, ਸੁਣਨਾ ਨਹੀਂ ਹੈ, ਮੈਂ ਦੂਸਰੇ ਕਮਰੇ 'ਚ ਰਿਸ਼ਤੇਦਾਰਾਂ ਨੂੰ ਹੈਂਡਲ ਕਰਨਾ ਹੈ। ਅਤੇ ਜੇ ਗੁਰਦੁਆਰੇ ਪਾਠ ਰਖਾਣਾ ਤਾਂ ਉੱਥੇ ਮੈਂ ਮਾਇਆ ਭੇਜ ਦਿਆਂਗਾ, ਉਹ ਮੈਨੂੰ ਵਾਕ ਕਿਹੜਾ ਆਇਆ ਦੱਸ ਦੇਣਗੇ। ਇਹ ਸਾਡੀਆਂ ਆਦਤਾਂ ਹਨ, ਬਚਕਾਨਾ ਬਿਰਤੀ। ਬਚਕਾਨਾ ਬਿਰਤੀ ਮੈਨੂੰ ਕਿਉਂ ਕਿਹਾ? ਕਿਉਂਕਿ ਇਹ ਸਾਡੀ ਕੁਐਸਟ ਨਹੀਂ ਹੈ, ਸਿੰਸੀਅਰ ਕੁਐਰੀ ਨਹੀਂ ਹੈ, ਗੁਰੂ ਸਾਹਿਬ ਤੁਸੀਂ ਕਹਿੰਦੇ ਕੀ ਹੋ। ਜਦੋਂ 96 ਵਿੱਚ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਮੈਂ ਪੁਆਇੰਟ ਡਿਸਕਸ ਕੀਤਾ ਸੀ ਕਿ ਬੱਚਾ ਨਿੱਕਾ ਪਿਓ ਦੀ ਉਂਗਲ ਪਕੜ ਕੇ ਬਾਹਰ ਜਾਂਦਾ, ਪਾਪਾ ਇਹ 4 टांगों वाला क्या है। ਪਹਿਲੀ ਦਫਾ ਦੇਖਦਾ ਹੈ, ਪਿਓ ਕਹਿੰਦਾ ਇਹ ਕੁੱਤਾ ਹੈ, ਇਹ ਭੌਂਕਦਾ ਹੈ। ਪਿਓ ਕੁੱਤੇ ਦੇ ਬਾਰੇ ਦੱਸ ਰਿਹਾ, ਇਹ 4 टांगों वाला ਕੁੱਤਾ ਹੈ। ਬੱਚੇ ਨੇ ਆਨਸਰ ਸੁਣਿਆ ਨਹੀਂ, ਉसी ਵੇਲੇ गां ਵੱਲ ਧਿਆਨ ਪੈ ਗਿਆ। ਇਹ ਬੜਾ सा सफ़ेद सफ़ेद किया, ਉਹਨੇ ਕਿਹਾ ਇਹ 4 टांगों वाली गाय है, ये दूध देती है। ਉਹਨੇ ਦੂਜਾ ਵੀ ਆਨਸਰ ਅਸੀਂ ਸੁਣਿਆ, पापा ये सामने बड़ी बड़ी तारें क्या हैं, ये तारे एक शहर से दूसरे शहर में बिजली ले जाती है। अच्छा पापा वो हरा हरा क्या है, वो पेड़ है, उसमें आम लगा हुआ है। बच्चे ਨੂੰ ਕਿਸੇ ਵੀ ਆਨਸਰ ਨਾਲ ਕੋਈ ਤਾल्लुक ਹੀ ਨਹੀਂ ਹੈ, बस क्वेश्चन करी जा रहा फॉर द हैक ऑफ क्वेश्चनिंग। कुछ सीखना सुनना समझना नहीं है। बस कित्थे अखंड पाठ रख लो, कित्थे कीर्तन दरबार रख लो, कित्थे नगर कीर्तन करा लो। साडा काम है भोग कदों पवे गोलक गिणीए, लंगर खाइए और घर जाइए। सानू कुछ सीखना समझना नहीं है। ये गल वखरी है कि असीं जप्फा पाया है गुरु ग्रंथ साहिब जी साडा है सबना दा, सतगुर सबना दा भला मनाइंदा। साध संगत जी, मेरी गल जे कौड़ी हो गई तो मैं की मदद जा चुका। सो असी लड़ीवार ना पिछले कुछ समय तो फरीद जी दे श्लोक पढ़ते पे हाँ। साडे सब्जैक्ट विच आया जंगल जंगल क्या भवें बण कंडा मोड़े, जंगल जंगल क्या भवें बण कंडा, वसी रब हियालिए, वसी रब हियालिए,
वसी रब हियालिए, वसी रब हियालिए, वसी रब हियालिए, जंगल क्या ढूंढे, वसी रब हियालिए, जंगल क्या ढूंढे, जंगल क्या ढूंढे, जंगल क्या ढूंढे। की जंगल जंगल पाउंदा है, असी अपने नाल इस श्लोक नूं रिलेट ही नहीं करते। क्यों? असी तो शहरी हाँ, हम तो शहर में रहते हैं, हम तो जंगल में जाते भी नहीं हैं। सानू लगता है श्लोक मेरे वास्ते है ही नहीं है। साधु जी, गुरमत अनुसार जंगल कहते ने इस शरीर नूं बन, जंगल शरीर दे स्वादां तक सैल्फिशनैस विच महदूद रहना। जंगल जंगल क्या भावें वण कंडा मोड़े, वण कंडा की होंदा है? इस जंगल का वण कंडा की है? मेरे इंद्रे ज्ञानिंद्रे, ये सच तो मुनकर हो जाते हैं। जदों मेरा मन सच तो मुनकर हो जाता है ना, मेरे सारे इंद्रे ज्ञानिंद्रे सच तो मुनकर हो जाते हैं। सच की है? इन्हां अखां नाल वितकरे दी नज़र नाल ना वेख्या कर। पर मैं इस तो मुनकर हो गया। सच कहता है इस हाथ नाल किसी का विगाड़िया ना कर, इन्हां हत्थां नाल किसी का ना विगाड़िया कर। पर मैं किसी की रिपोर्ट खराब करता हाँ, किसी को मैं रेस्टिगेट करता हाँ, किसी को मैं नौकरी तो निकालता, किसी को मैं फांसी भी दे देंदा। इस तरीके दे नाल सच तो मुनकर होंदे जाना, इनू गुरबाणी विच कहंदे ने अज ना सुती कंत स्यों अंग मुड़े मुड़ जाए। इहदा मतलब की हुंदा है, मैं मत करके सच नाल जुड़ी नहीं, मेरी मत सच नाल जुड़ी नहीं, अंग मुड़े मुड़ जाए, मेरे सारे अंग सच तो मुड़ गए। वण कंडा मोड़े, जंगल जंगल क्या भावें वण कंडा मोड़े, वसी रब हियाली है, अंदर रब वसदा है, वो मैनू समझ नहीं है, ਉਹਦੇ ਬਾਰੇ ਮੈਨੂੰ ਪਤਾ ਨਹੀਂ ਹੈ। ਇਸ ਕਰਕੇ ਅਸੀਂ ਬਾਹਰਲੇ ਦਿਖਾਵੇ ਦੇ ਕਰਮ ਕਾਂਡ ਔਰ ਪਾਖੰਡ ਵਿੱਚ ਮਸਤ ਰਹਿੰਦੇ ਹਾਂ। ਜੇ ਅੰਦਰ ਦਾ ਰੱਬ ਨਹੀਂ ਨਾ ਸਮਝ ਆਇਆ ਤਾਂ ਗੁਰੂ ਪਾਤਸ਼ਾਹ ਅੰਦਰ ਦੇ ਰੱਬ ਦੀ ਗੱਲ ਸੁਣਾਉਂਦੇ ਨੇ। ਸੁਣ ਸਾਜਨ ਪ੍ਰੇਮ ਸੰਦੇਸ਼ ਰਾ, ਸੁਣ साजन प्रेम संदेश रा, प्रेम संदेश रा, प्रेम संदेश रा, प्रेम संदेश रा, सुन साजन प्रेम संदेश रा। अखी तार अखी तार लगन, सुन साजन प्रेम संदेश रा, सुन साजन प्रेम संदेश रा। गुर तुठै सज्जन मेलिया, गुर तुठै सज्जन मेलिया, जन नानक सुख सवन, अखी तार लगन, सुन साजन प्रेम संदेश रा, सुन साजन प्रेम संदेश रा। किनू कहंदे पे ने? मेरे मन नू कह रहे ने। मेरा मन अंदर दी गल ते रब जी दी गल ते सुनना चाहता ही नहीं। निशानियां ने जिहड़ा अंदर दी गल, अंदर दे रब दी, अंदर दे सज्जन मित्र दी गल नहीं ना सुनना चाहता, वो मन बाहरले कर्म कांड करेगा।
ਰਿਚੁਅਲਿਸਟਿਕ ਪ੍ਰੈਕਟਿਸ ਦੀ ਨਿਸ਼ਾਨੀ, ਸਾਇੰਸ ਆਫ ਰਿਚੁਅਲਿਸਟਿਕ ਪ੍ਰੈਕਟਿਸ, ਉਹ ਇਨਸਾਨ ਬਾਹਰਲੇ ਕਰਮਕਾਂਡ, ਬਾਹਰਲੇ ਭੇਖ ਪਾਖੰਡ ਵਿੱਚ ਮਸਤ ਰਹੇਗਾ। ਪਾਖੰਡ, ਪਾਖੰਡ ਦਾ ਮਤਲਬ ਹੁੰਦਾ ਹੈ ਧਰਮ ਨੂੰ ਰੁਕਾਵਟ ਦੇਵੇਗਾ, ਟਰੂਥਫੁਲ ਲਿਵਿੰਗ ਨਹੀਂ ਜੀਵੇਗਾ, ਪਾਖੰਡ ਕਰੇਗਾ, ਧਰਮ ਦਾ ਖੰਡਨ ਕਰੇਗਾ, ਸੱਚ ਦਾ ਖੰਡਨ ਕਰੇਗਾ। ਫਰੀਦ ਜੀ ਕਹਿੰਦੇ ਨੇ ਜੰਗਲ ਜੰਗਲ ਕਿਆ ਭਾਵੇਂ ਵਣਖੰਡਾ ਮੋੜੇ, ਵਸੀ ਰੱਬ ਹੀ ਆਲੀਏ, ਅੰਦਰ ਰੱਬ ਵਸਦਾ ਹੈ। ਤੂੰ ਆਪਣੇ ਮਨ ਦੇ ਆਖੇ ਲਾ ਕੇ, ਇਹਨਾਂ ਇੰਦਰੀ ਗਿਆਨੇਂਦਰੀਆਂ ਦੇ ਆਖੇ ਲਾ ਕੇ ਔਰਗਨਸ ਦੀ ਭੁੱਖ ਮਿਟਾਉਂਦਾ ਰਹਿਣਾ ਹੈ। ਦੈਟ ਮੀਨਸ ਯੂ ਆਰ ਸੈਲਫਿਸ਼, ਦੈਟ ਮੀਨਸ ਯੂ ਆਰ ਟਰੈਪਡ ਇਨ ਤ੍ਰਿਸ਼ਨਾ। ਹੁਣ ਤੇਰੀ ਭੁੱਖ ਕਦੇ ਨਹੀਂ ਮਿਟੇਗੀ। ਇੱਕ ਮੁੱਠ ਚੁੱਕ ਦੂਜੀ ਤਿਆਰ, ਇੱਕ ਮੁੱਠ ਚੁੱਕ ਦੂਜੀ ਤਿਆਰ, ਇੱਕ ਮੁੱਠ ਚੁੱਕ ਦੂਜੀ ਤਿਆਰ। ਤੇਰੇ ਮਨ ਡਿਜ਼ਾਇਰਸ ਕਰਦਾ ਰਹੇਗਾ, ਤ੍ਰਿਸ਼ਨਾ ਵਿਰਲੇ ਕੀ ਬੂਝੀ ਰੇ, ਕੋਟ ਜੋ ਰੇ ਲੱਖ ਕਰੋ ਰੇ ਮਨ ਨਾ ਹੋ ਰੇ, ਪਰ ਪਰ ਹੀ ਕੋ ਲੂਜੀ ਰੇ। ਤੂੰ ਡੇ ਬਾਈ ਡੇ ਨਾ ਭੁੱਖਾ ਰਹੇਗਾ, ਡੇ ਬਾਈ ਡੇ ਕੰਜੂਸ ਹੁੰਦਾ ਜਾਏਗਾ, ਡੇ ਬਾਈ ਡੇ ਮਾਈਜ਼ਰ ਹੁੰਦਾ ਜਾਏਗਾ। ਦੇਖ ਰਹੇ ਹੋ ਸਾਡੇ ਘਰਾਂ ਵਿੱਚ, ਇਹ ਹੁਣੇ ਪ੍ਰਬੰਧਕ ਮੈਨੂੰ ਦੱਸ ਰਹੇ ਸਨ ਕਿ ਅਸੀਂ ਇਹ ਸਾਹਮਣੇ ਸੰਗਤਾਂ ਵਾਸਤੇ ਬਣਾ ਰਹੇ ਹਾਂ ਵੀ ਘਰ ਕੋਈ ਫੰਕਸ਼ਨ ਹੋਏ, ਕੋਈ ਡੈਥ ਹੋ ਜਾਏ, ਕੁਛ ਹੋ ਜਾਏ, ਕੁਛ ਮਹਿਮਾਨ ਆ ਜਾਂਦੇ ਨੇ ਉਹਨਾਂ ਦੇ ਠਹਿਰਨ ਵਾਸਤੇ। ਇਹ ਤਾਂ ਪ੍ਰਬੰਧਕਾਂ ਨੇ ਸੋਹਣਾ ਉਪਰਾਲਾ ਕੀਤਾ ਹੈ। ਪਰ ਸਹੀ ਮਾਇਨੇ ਵਿੱਚ ਪਹਿਲਾਂ ਸਾਡਾ ਘਰ ਇੱਕ ਕਮਰਾ ਹੁੰਦਾ ਸੀ ਔਰ ਅਸੀਂ 8-8 ਬੰਦੇ ਇੱਕ ਕਮਰੇ ਵਿੱਚ ਰਹਿੰਦੇ ਸੀ। ਹੁਣ ਸਾਡੇ ਬੜੇ ਸਾਰੇ ਕਮਰਿਆਂ ਦਾ ਵੱਡਾ ਵੱਡਾ ਮਕਾਨ ਹੈ, ਲੇਕਿਨ ਅਸੀਂ ਮਹਿਮਾਨ ਨੂੰ ਹੈਂਡਲ ਨਹੀਂ ਕਰ ਪਾਉਂਦੇ ਹਾਂ। ਸਾਡੇ ਘਰ ਕੋਈ ਆ ਜਾਏ ਸਾਨੂੰ ਭਾਰਾ ਲੱਗਦਾ ਹੈ। ਕਿਉਂ? ਕਿਉਂਕਿ ਅਸੀਂ ਡੇ ਬਾਈ ਡੇ ਡਾਟਾ ਅੰਕੜਾ ਵਿੱਚ ਕਰੋੜਾਪਤੀ ਹੋ ਗਏ ਹਾਂ, ਮਨ ਕਰਕੇ ਅਸੀਂ ਕੱਖਪਤੀ ਹੋ ਗਏ ਹਾਂ, ਮਨ ਕਰਕੇ ਅਸੀਂ ਕੰਜੂਸ ਹੋ ਗਏ ਹਾਂ। ਇਸ ਸਾਰੇ ਫਿਊਡਲ ਸਿਸਟਮ ਦੇ ਅਗੇਂਸਟ ਗੁਰਮਤ ਸਮਝਾਉਂਦੀ ਹੈ, ਤੂੰ ਜਦੋਂ ਤੱਕ ਆਪਣੇ ਸਮਾਜ ਨੂੰ ਨਹੀਂ ਨਾ ਠੀਕ ਕਰੇਗਾ, ਤੇਰਾ ਰੱਬ ਜੀ ਦੇ ਨਾਲ ਗੱਲਾਂ ਕਰਨ ਦਾ ਸਾਰਾ ਪਾਖੰਡ ਹੋਏਗਾ। ਤੂੰ ਆਪਣੇ ਆਪ ਨੂੰ ਬੜਾ ਪਾਇਸ, ਬੜਾ ਧਰਮੀ, ਬੜਾ ਅਮੀਰ ਸਮਝੇਗਾ, ਦੂਸਰਿਆਂ ਨੂੰ ਨੀਵਾਂ ਸਮਝੇਗਾ। ਤੈਨੂੰ ਡੋਮੀਨੇਸ਼ਨ ਦੀ, ਹਉਮੈ ਦੀ, ਹੰਕਾਰ ਦੀ ਬਦਬੂ ਸਤਾਏਗੀ। ਉਹਨੂੰ ਕਹਿੰਦਾ ਆਪਣੇ ਹੰਕਾਰ ਜਗਤ ਜਲਿਆ। ਜਦੋਂ ਅਸੀਂ ਆਪਣੇ ਹੰਕਾਰ ਵਿੱਚ ਹੁੰਦੇ ਹਾਂ, ਦੁਨਿਆਵੀ ਤੌਰ 'ਤੇ ਪੈਸੇ ਕਰਕੇ ਹੰਕਾਰ ਹੋਣਾ ਇੱਕ ਹੋਰ ਗੱਲ ਹੈ, ਲੇਕਿਨ ਧਰਮ ਦੀ ਦੁਨੀਆ ਵਿੱਚ ਹੰਕਾਰ ਹੁੰਦਾ ਹੈ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ। ਇਹ ਧਾਰਮਿਕ ਦੁਨੀਆ ਦਾ ਹੰਕਾਰ ਹੈ। ਮੇਰੇ ਵਰਗਾ ਧਰਮੀ ਕੋਈ ਨਹੀਂ, ਮੇਰੇ ਵਰਗਾ ਤੀਰਥਾਂ 'ਤੇ ਕੋਈ ਨਹੀਂ ਜਾਂਦਾ, ਮੇਰੇ ਵਰਗਾ ਪਾਠ ਕੋਈ ਨਹੀਂ ਕਰਦਾ, ਮੇਰੇ ਵਰਗਾ ਮਿੱਠਾ ਕੋਈ ਨਹੀਂ ਬੋਲਦਾ, ਮੇਰੇ ਵਰਗੇ ਵਧੀਆ ਕੀਰਤਨ ਕਿਸੇ ਨੂੰ ਨਹੀਂ ਆਉਂਦਾ, ਮੈਂ ਅੰਮ੍ਰਿਤ ਵੇਲੇ ਉੱਠਦਾ, ਮੈਨੂੰ ਸਿਮਰਨ ਬੜਾ ਕਰਨਾ ਆਉਂਦਾ ਹੈ, ਮੈਂ ਬੜਾ ਗੁਰਮੁਖ ਹਾਂ। ਇਹ ਸਾਰੀਆਂ ਗੱਲਾਂ ਦਾ ਗੁਮਾਨ ਹੋ ਜਾਂਦਾ। ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨੇਫਲ ਜਾਤੇ ਜਿਉ ਕੁੰਚਰ ਇਸ਼ਨਾਨ। ਹਾਥੀ ਦਾ ਇਸ਼ਨਾਨ ਹੋ ਗਿਆ। ਹਾਥੀ ਚੰਗਾ ਭਲਾ ਨਹਾ ਕੇ ਸੂੰਡ ਨਾਲ ਸਾਰੀ ਮਿੱਟੀ ਉੱਪਰ ਪਾ ਲੈਂਦਾ ਹੈ। ਸਾਧ ਸੰਗਤ ਜੀ, ਫਰੀਦ ਜੀ ਕਹਿੰਦੇ ਨੇ ਅੰਦਰ ਝਾਂਕ ਕੇ ਵੇਖ, ਤੇਰੇ ਅੰਦਰ ਰੱਬ ਰਹਿੰਦਾ ਹੈ। ਉਹਦਾ ਸੁਨਿਆ ਸੁਣ, ਓਏ ਮੇਰੇ ਮਨ ਸੁਣ, ਸਾਜਨ ਪ੍ਰੇਮ ਸੰਦੇਸ਼ ਰਾ। ਅਸੀਂ ਜਦੋਂ ਤੱਕ ਪ੍ਰੇਮ ਦੇ ਲਵਿੰਗ ਬੀਇੰਗ ਨਹੀਂ ਨਾ ਬਣਦੇ ਹਾਂ, ਤਾਂ ਤੱਕ ਸਾਨੂੰ ਘੱਟ ਘੱਟ ਮੈਂ ਹਰਜੂ ਬਸੈ ਨਜ਼ਰ ਨਹੀਂ ਆ ਸਕਦਾ। ਤਾਂ ਤੱਕ ਸਾਡੇ ਅੰਦਰ ਹਿੰਦੂ ਮੁਸਲਮਾਨ ਸਿੱਖ ਈਸਾਈ ਵਿਤਕਰਾ ਰਹੇਗਾ, ਅਮੀਰ ਗਰੀਬ ਜ਼ਾਤ ਪਾਤ ਦਾ ਵਿਤਕਰਾ ਰਹੇਗਾ। ਤਾਂ ਤੱਕ ਮੈਂ ਸੰਗਤਾਂ 'ਚੋਂ ਸੁਣਿਆ ਫਲਾਣਾ ਗੁਰਦੁਆਰਾ ਛੋਟਾ ਹੈ, ਮੈਂ ਸੰਗਤਾਂ 'ਚੋਂ ਸੁਣਿਆ ਫਲਾਣੇ ਗੁਰਦੁਆਰੇ 'ਤੇ ਲੱਕੜ ਦੀ ਪਾਲਕੀ ਵੀ ਨਹੀਂ ਹੈ, ਫਲਾਣਾ ਗੁਰਦੁਆਰਾ ਵੱਡਾ ਹੈ ਕਿਉਂਕਿ ਉੱਥੇ ਸੋਨੇ ਦੀ ਪਾਲਕੀ ਹੈ। ਸਾਧ ਸੰਗਤ ਜੀ, ਗੁਰਦੁਆਰੇ ਦੀਆਂ ਪਾਲਕੀਆਂ ਕਿਵੇਂ ਬਣੀਆਂ, ਗੁਰਦੁਆਰੇ ਦੀਆਂ ਦੀਵਾਰਾਂ ਕਿੰਨੀਆਂ ਵੱਡੀਆਂ, ਇਹਦੇ ਨਾਲ ਗੁਰਦੁਆਰਾ ਛੋਟਾ ਵੱਡਾ ਨਹੀਂ ਹੁੰਦਾ। ਕਿਉਂ? ਕਿਉਂਕਿ ਹਰ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪਏ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰੈਜ਼ੈਂਸ ਗੁਰਦੁਆਰਾ ਹੈ। ਗੁਰਦੁਆਰੇ ਦੀਆਂ ਚਾਰ ਦੀਵਾਰਾਂ ਔਰ ਪ੍ਰਬੰਧਕ ਔਰ ਉਹਦੀ ਗੋਲਕ ਦੇ ਮਿਆਰ ਦੇ ਨਾਲ ਗੁਰਦੁਆਰੇ ਛੋਟੇ ਵੱਡੇ ਨਹੀਂ ਹੁੰਦੇ। ਸਾਡੀ ਸੋਚ ਉਹਨੂੰ ਬਣਾਉਂਦੀ ਹੈ, ਕਿਉਂਕਿ ਸਾਨੂੰ ਊਚ ਨੀਚ ਦੀ ਆਦਤ ਪਈ ਹੋਈ ਹੈ। ਸੰਗਤਾਂ ਮੁਹੱਲੇ ਦਾ ਗੁਰਦੁਆਰਾ ਛੱਡ ਕੇ ਕਿਸੇ ਹੋਰ ਦੂਰ ਦੇ ਗੁਰਦੁਆਰੇ ਮਸ਼ੱਕਤ ਕਰਕੇ ਜਾਣ ਨੂੰ ਤਿਆਰ ਹੋਣਗੀਆਂ, ਪਰ ਕੋਈ ਪੁੱਛੇ
ਉਹਾਂ ਤੋ ਜਾਈਏ ਜੋ ਹੀ ਨਾ ਹੋਏ। ਇੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਤਾਂ ਤੂੰ ਮੱਥਾ ਟੇਕਣਾ ਹੈ। ਤੂੰ ਕੋਈ ਚਾਰ ਦੀਵਾਰਾਂ ਨੂੰ ਮੱਥਾ ਟੇਕਣ ਜਾਣਾ ਹੈ। ਭੁਲੇਖੇ ਲੱਥਦੇ ਜਾਣਗੇ, ਵੱਸੀ ਰੱਬ ਹਿਆਲੀਆ ਜੰਗਲ ਕਿਆ ਢੂੰਡੇ। ਸੋ ਫਰੀਦ ਜੀ ਇਸ ਲੜੀ ਵਿੱਚ ਮੇਰੀ ਨਾ ਸੈਲਫਿਸ਼ਨੈਸ, ਮੈਂ ਆਪਣੇ ਸਰੀਰ ਤੱਕ ਮਹਦੂਦ ਹਾਂ। ਮੈਨੂੰ ਨਾ ਦੂਜੀ ਗੱਲ ਸਮਝਾਉਂਦੇ ਨੇ, ਇੰਨੀ ਨਿੱਕੀ ਜੰਗੀ ਹੈ, ਇੰਨੀ ਨਿੱਕੀ ਜੰਗੀ ਹੈ, ਥਲ ਡੂਗਰ ਭਵਿਓ ਥਲ ਡੂਗਰ ਭਵਿਓ, ਅੱਜ ਫਰੀਦ ਕੂੰਜੜਾ, ਅੱਜ ਫਰੀਦ ਕੂੰਜੜਾ, ਸੈਕੋਆਂ ਥੀਓ, ਸੈਕੋਆਂ ਥੀਓ, ਇੰਨੀ ਨਿੱਕੀ ਜੰਗੀ ਹੈ, ਇੰਨੀ ਨਿੱਕੀ ਜੰਗੀ ਹੈ। ਜੇ ਸਰੀਰ ਤੱਕ ਮੌਜੂਦ ਰਹੇਗਾ तेरी शॉर्ट साइटेडनेस बन जाएगी, फार साइटेडनेस नहीं रहेगी, तू दूर अंदेश नहीं रहेगा, तेरा मत्था चौड़ा नहीं रहेगा, तेरा मत्था घुटिया रहेगा। क्यों? क्योंकि तैनू लोकां नाल वितकरा रहेगा, तू अवगुणा दी गंठड़ी बनेगा, डूगर वाट चलेगा। इन्नी निक्की जंगी है, थल डूगर भवेओम, अज फरीदा कूजड़ा सैकोहां थीओम। तेरा मन दा कुज्जा रब जी दे अमृत वाले कुज्जे तो दूर हो जाएगा। अंदर ही रब जी वसदे ने, पर असी अपने तो दूर रहने आ। वी डोंट वांट टू सिट विद आवर सैल्फ। ਅਸੀਂ ਆਪਣੇ ਆਪ ਨਾਲ ਨਹੀਂ ਬੈਠਦੇ ਹਾਂ, ਇਸ ਕਰਕੇ ਸਾਨੂੰ ਸਾਡੇ ਘਰ ਵਾਲੇ ਵੀ ਪਸੰਦ ਨਹੀਂ ਨੇ। मैं व्हाट्सएप पे एक मैसेज पढ़िया, मेरा फ़ोन रात को ख़राब हो गया था, मुझे गलती से घर वालों के साथ बैठना पड़ा। आगे लिखता है, यार मैंने रियलाइज़ किया घर वाले भी अच्छे हैं। क्यों इंज? क्योंकि असी अपने आप नाल नहीं बहना चाहते। साड़ी ये प्रैक्टिस है, असी जदों भी घर बैठांगे, बैठण सार वाइफ नूं पानी ऑर्डर करांगे और आप टीवी ऑन करके बैठ जाओगे, अपने नाल नहीं बहना। जदों समा मिलिया असी कोई पुरानी अलमारी फोल लांगे और सारा उहदे चों गुद्दड़ इधरों उधर करते रहांगे, लेकिन अपने नाल नहीं बैठांगे। उन्होंने कहते हैं आप नड़ा गिरवान मैं सिर नीवा कर वेख, ये तो असी करना ही नहीं, क्योंकि असी सियाणे बड़े हो गए हाँ। जदों असी अपने आप नाल नहीं बैठना चाहते ना, साध संगत जी फोन खोल लवांगे, इंटरनेट खोल लेंदे ने बच्चे, और हर चीज़ विच असी मस्त रहांगे, होर कुछ नहीं तो साइड ते मैगजीन पई आ चुक लांगे, अपने आप नाल अपनी इंट्रोस्पैक्शन वास्ते नहीं बैठते हाँ। इस करके अपने टब्बर वाले नाल भी नहीं बैठ पाते हाँ, अपने टब्बर वाले नाल नहीं बैठ पाते हाँ। साडे घर बड़े उच्चे बन जाते हैं, क्रिस्टल के भांडे आ जाते हैं, शनील के सोफे लग जाते हैं, सब कुछ हो जाता है, पर साडे घर मेहमान आ जाए सानू वो भी बर्दाश्त नहीं होता। सो इस करके फरीद जी कहते ने तेरी जिंदगी जीना औखा हो गया है। यू आर नॉट इन द स्टेट ऑफ हैप्पीनेस। तैनू विगास नहीं है, तैनू खेड़ा नहीं है। सड़क ते जांदे आ कोई कार गलत चला जाता, कोई ठेला गलत चला जाता, कोई साइकिल गलत चला जाता है, तां मैनू कार चों उहदे बारे कोई कमेंट पास करने पैंदे ने। साध संगत जी गल बिल्कुल ध्यान रखना, तुसी कार ड्राइव करना या तुहाडे घर दा पापा ड्राइव कर रहा होवे तो नोटिस करना, कोई भी आस पास तो गलत चला के गया साडे कमेंट शुरू होए। मीनस किसी की गलती की सज़ा अपने आप नूं देना। तो सारी धरती ते कोई ना कोई कुछ ना कुछ गलतियां करता ही रहेगा। असी कमेंट ही पास करते रहेंगे, असी इत्थे जज लगे हुए, असी अफलातून आए हाँ। क्यों? क्योंकि मैनू ये भुलेखा है कि मैं बहुत सियाणा हाँ, मैनू ये भुलेखा मैं तो गलती करता ही नहीं, मैनू भुलेखा है कि आई एम द ओनली मिस्टर राइट।
ਇਸ ਤਰ੍ਹਾਂ ਹੀ ਹੁੰਦਾ ਨਾ, ਜਿਸ ਪਾਪਾ ਦੀ ਘਰ ਚੱਲ ਜਾਂਦੀ ਹੈ ਉਹ ਸਾਰੇ ਘਰ ਨੂੰ ਟੰਗ ਕੇ ਰੱਖਦਾ, ਤੁਸੀਂ ਸਾਰੇ ਗਲਤ ਹੋ, ਮੇਰੀ ਚੱਲਦੀ ਹੈ। ਪਰ ਜੋ ਹੀ ਪਾਪਾ ਚਲਾ ਜਾਂਦਾ ਫਿਰ ਮੰਮੀ ਆਪਣਾ ਰੋਪ ਚਾੜਨਾ ਸ਼ੁਰੂ ਕਰਦੀ ਹੈ। ਜੇ ਮੰਮੀ ਵੀ ਚਲੀ ਜਾਏ ਘਰ ਦਾ ਵੱਡਾ ਭਰਾ ਜਾਂ ਭੈਣ ਸ਼ੁਰੂ ਕਰਦੀ ਹੈ। ਇਸ ਤਰੀਕੇ ਦੇ ਨਾਲ ਸਾਰੀ ਗੇਮ ਸਾਡੀ ਚੱਲਦੀ ਹੈ, ਅਸੀਂ ਚਾਰੋਂ ਪਾਸੋਂ ਡਿਸਟਰਬ ਰਹਿੰਦੇ ਹਾਂ। ਤਾਂ ਸਾਡਾ ਜੀਵਨ ਕੀ ਬਣ ਜਾਂਦਾ? ਫਰੀਦ ਜੀ ਅਗਲੇ ਸ਼ਲੋਕ ਵਿੱਚ ਕਹਿੰਦੇ ਨੇ, ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉਠਨ ਪਾਸ, ਤੁਖ ਤੁਖ ਉਠਨ ਪਾਸ, ਤਿਗ ਤਿਨਾ ਦਾ ਜੀਵਿਆ, ਤਿਗ ਤਿਨਾ ਦਾ ਜੀਵਿਆ, ਜਿਨਾ ਵਿਡਾਣੀ ਆਸ, ਵਿਡਾਣੀ ਆਸ, ਫਰੀਦਾ ਰਾਤੀ ਵੱਡੀਆਂ, ਫਰੀਦਾ ਰਾਤੀ ਵੱਡੀ। ਅੱਜ ਕੱਲ੍ਹ ਸਰਦੀਆਂ ਨੇ, ਲੰਬੀਆਂ ਰਾਤਾਂ ਹੁੰਦੀਆਂ ਨੇ, ਪਰ ਸਾਰੀ ਜ਼ਿੰਦਗੀ ਭਰ ਦੀਆਂ ਰਾਤਾਂ ਵੱਡੀਆਂ ਹੋ ਜਾਣ, ਉਹ ਸ਼ੋਅ ਕਰਦੀ ਹੈ ਕਿ ਮੇਰੀ ਰਾਤ ਬੀਤ ਨਹੀਂ ਰਹੀ। ਸਰਦੀਆਂ 'ਚੋਂ ਅਸੀਂ ਪੁਆਇੰਟ ਲੈ ਸਕਦੇ ਹਾਂ, ਸਰਦੀਆਂ ਦੀ ਰਾਤ ਜਦੋਂ ਵੱਡੀ ਹੋ ਜਾਏ ਔਰ ਨਾ ਬੀਤਦੀ ਹੋਵੇ ਨਾ, ਤਾਂ ਮੇਰੇ ਮਨ ਦੇ ਕੋਰੇਪਨ ਦੇ ਕਛੂਏ ਦੀ ਅਵਸਥਾ ਹੁੰਦੀ ਹੈ। ਕਛੂਆ ਪਾਣੀ 'ਚ ਥੱਲੇ ਰਹਿੰਦਾ ਹੈ, ਉੱਥੇ ਠੰਡਕ ਹੁੰਦੀ ਹੈ, ਕੋਈ ਵਾਮ ਤੁਹਾਨੂੰ ਕਿਸੇ ਦੀ ਚਾਹੀਦੀ ਨਹੀਂ ਹੁੰਦੀ। ਇਹ ਗੁਰੂ ਪਾਤਸ਼ਾਹ ਬਾਣੀ 'ਚ ਕਹਿੰਦੇ ਨੇ, ਰਾਜਾ ਰਾਮ ਕਾਕਰੀ ਆਮਰੇ ਪਕਾਏ 'ਚ, ਕਛੂਆ ਕਹੇ ਅੰਗਾਰ ਵੀ ਲੋਰੋ। ਮੇਰੀ ਕਛੂਆ ਦੀ ਅਵਸਥਾ ਵਿੱਚ ਉਹ ਕਹਿੰਦਾ ਮੈਨੂੰ ਲੋਕਾਂ ਦੀ ਵਾਮਥ ਚਾਹੀਦੀ ਹੈ। ਸੋ ਜਦੋਂ ਸਰਦੀਆਂ ਦੀ ਰਾਤ ਨੂੰ ਅਸੀਂ ਪੂਰੀ ਜ਼ਿੰਦਗੀ 'ਚ ਟੁਕਾ ਲੈਂਦੇ ਹਾਂ, ਫਰੀਦਾ ਰਾਤੀ ਵੱਡੀਆਂ, ਜ਼ਿੰਦਗੀ ਦੀ ਹਰ ਰਾਤ, ਜ਼ਿੰਦਗੀ ਦਾ ਹਰ ਪਲ ਮੁਸ਼ਕਲ ਹੋ ਗਿਆ ਜੀਣਾ, ਦੁੱਖ ਦੀਆਂ ਘੜੀਆਂ ਲੰਘਾਣੀਆਂ ਔਖੀਆਂ ਹੁੰਦੀਆਂ। ਫਰੀਦਾ ਰਾਤੀ ਵੱਡੀਆਂ, ਧੁੱਖ ਧੁੱਖ ਉੱਠਣ ਪਾਸ। ਜਦੋਂ ਰਾਤ ਨੀਂਦ ਨਾ ਪਵੇ ਬੰਦਾ ਪਾਸੇ ਮਾਰਦਾ ਰਹਿੰਦਾ ਹੈ, ਇੱਕ ਇੱਕ ਅੰਗ ਦੁਖਦਾ ਹੁੰਦਾ ਹੈ। ਸਾਡਾ ਕਿਉਂ ਦੁਖਦਾ ਹੈ? ਤ੍ਰਿਸ਼ਨਾ ਦੀ ਅੱਗ ਦੇ ਕਾਰਨ। ਧੁੱਖ ਧੁੱਖ ਉੱਠਣ ਪਾਸ, ਤਿਗ ਤਿਨਾ ਦਾ ਜੀਵਿਆ, ਜੀਨਾ ਵਿਡਾਣੀ ਆਸ। ਵਿਡਾਣੀ ਆਸ ਹੁੰਦਾ ਹੈ ਜਿਹੜੇ ਜੰਮ ਵਾਲੀ, ਵਿਕਾਰਾਂ ਵਾਲੀ, ਮਨ ਕੀ ਮੱਤ ਵਾਲੀ ਆਸ ਵਿੱਚ ਰਹਿੰਦੇ ਨੇ। ਇਹਦਾ ਮਤਲਬ ਇਹ ਨਿਕਲਿਆ ਜਿਹੜੇ ਵਰਚੂਜ਼ ਨਾਲ ਨਹੀਂ ਜੀਂਦੇ ਨੇ, ਜਿਹੜੇ ਆਈਡੀਅਲਸ ਨਾਲ ਨਹੀਂ ਜੀਂਦੇ ਨੇ। ਸਾਧ ਸੰਗਤ ਤੁਸੀਂ ਕਦੀ ਵੀ ਨੋਟਿਸ ਕਰਨਾ, ਜਦੋਂ ਸਾਨੂੰ ਗੁਰਮਤ ਦੀ ਗੱਲ ਥੋੜ੍ਹੀ ਦੇਰ ਵੀ ਕਰਨੀ ਪਵੇ ਨਾ, ਅਸੀਂ ਬੋਰ ਹੋ ਜਾਵਾਂਗੇ। ਪਰ ਸਾਡੇ ਸਾਹਮਣੇ ਕੋਈ ਢੇਰ ਸਾਰੀ ਨਿੰਦਾ ਕਰੇ, ਸਾਡੇ ਸਾਹਮਣੇ ਸੀਰੀਅਲ ਲੱਗੇ ਹੋਣ, ਸਾਡੇ ਸਾਹਮਣੇ ਟੀਵੀ ਫਿਲਮ ਚੱਲ ਰਹੀ ਹੋਏ, ਸਾਡੇ ਸਾਹਮਣੇ ਕੋਈ ਵਿਆਹ ਸ਼ਾਦੀ ਦੀ ਗੱਲ ਚੱਲ ਰਹੀ ਹੋਵੇ, ਸਾਨੂੰ ਕਦੇ ਕੋਈ ਕਹਿ ਦੇ ਕਿ ਵਿਆਹ ਅਰੇਂਜ ਕਰ ਦਿਓ, ਆਈਟਮਸ ਉਹਦੇ ਇਵੈਂਟਸ ਅਰੇਂਜ ਕਰ ਦਿਓ, ਵਿਆਹ 'ਤੇ ਫੁੱਲ ਸਜਾ ਦਿਓ, ਤੁਸੀਂ ਮੁੰਡੇ ਕੁੜੀ ਨੂੰ ਸਜਾਉਣ ਲੈ ਜਾਓ, ਹੇਅਰ ਸਟਾਈਲ ਬਣਵਾ ਲਓ, ਪਾਰਲਰ 'ਤੇ ਜਾ ਕੇ ਬੈਠ ਰਹੋ। ਇਹਨਾਂ ਚੀਜ਼ਾਂ ਵਾਸਤੇ ਸਾਡਾ ਇਹ ਸਾਰਾ ਵਿਡਾਣੀ ਆਸ ਵਿੱਚ ਜਾਂਦਾ ਹੈ। ਆਨ ਅਵਰ ਵਿਡਾਣੀ ਬਿਡਾਣੀ ਧਰਜੀ ਰਹੇ ਇੱਕ ਟੇਕ ਤੂੰ ਲਾਏ ਬਿਡਾਣੀ ਆਸ। ਅਸੀਂ ਬਿਡਾਣੀ ਆਸ ਵਿੱਚ ਸੋਚਦੇ ਹਾਂ ਇਹਦੇ 'ਚੋਂ ਮੈਨੂੰ ਸੁੱਖ ਮਿਲੇਗਾ, ਉਹ ਮ੍ਰਿਗ ਤ੍ਰਿਸ਼ਨਾ ਹੁੰਦੀ ਹੈ, ਸੁੱਖ ਮਿਲਦਾ ਕੋਈ ਨਹੀਂ ਹੈ। ਧੁੱਖ ਧੁੱਖ ਉੱਠਣ ਪਾਸ, ਭਾਵੇਂ ਕੋਈ ਸਰੀਰਕ ਤੌਰ 'ਤੇ ਫਿਕਸਡ ਹੈ ਜਾਂ ਨਹੀਂ ਹੈ, ਲੇਕਿਨ ਸਾਡੇ ਸਾਰੇ ਪਾਸੇ ਮੀਨਸ ਸਾਰੇ ਅੱਗ ਵਿੱਚ, ਅਗਨੀ ਵਿੱਚ ਸੜਦੇ ਰਹਿੰਦੇ ਨੇ। ਤਿਗ ਤਿਨਾ ਦਾ ਜੀਵ ਹੈ ਜੀਨਾ ਵਿਡਾਣੀ ਆਸ। ਜਿਤਨਾ ਵਿਕਾਰੀ ਜੀਵਨ ਵਿੱਚ ਅਸੀਂ ਮਸਤ ਰਵਾਂਗੇ ਨਾ, ਉਤਨਾ ਅਸੀਂ ਵਰਚੂਸ ਤੋਂ, ਆਈਡੀਅਲਸ ਤੋਂ ਦੂਰ ਹੁੰਦੇ ਜਾਵਾਂਗੇ। ਵਾਈਸਿਸ ਔਰ ਮੰਦੇ ਖਿਆਲ ਔਰ ਫਲॉज ਔਰ ਸ਼ਾਰਟ ਕਮਿੰਗਸ ਮੈਨੂੰ ਸਤਾਉਣਗੇ, ਮੈਂ ਇਹਨਾਂ ਦੀ ਅਗਨੀ ਵਿੱਚ ਸੜਦਾ ਰਵਾਂਗਾ। ਅੱਜ ਸਾਡੇ ਘਰਾਂ ਵਿੱਚ ਬਜ਼ੁਰਗ ਰੁਲ ਰਹੇ ਨੇ। ਕਿਉਂ ਰੁਲ ਰਹੇ ਨੇ? ਫਰੀਦ ਜੀ ਅਗਲੇ ਸ਼ਲੋਕ ਵਿੱਚ, ਮੈਂ ਸਾਧ ਸੰਗਤ ਜੀ ਕੱਲ੍ਹ ਵੀ ਫਤਿਹਨਗਰ ਰੀਕੈਪ ਕੀਤਾ ਸੀ 21 ਨੰਬਰ ਸ਼ਲੋਕ ਨੂੰ ਸਮਝਣ ਵਾਸਤੇ, ਅੱਜ ਮੈਂ ਫਿਰ ਰੀਕੈਪ ਕਰ ਰਿਹਾ ਵਾਂ
19 ਨੰਬਰ ਸ਼ਲੋਕ ਤੋਂ, ਕਿਉਂਕਿ ਅਸੀਂ 19 ਨੰਬਰ ਸ਼ਲੋਕ ਗਾਇਆ ਸੀ, ਮਦਨ ਗੀਰ 20 ਨੰਬਰ ਸ਼ਲੋਕ ਅਸੀਂ ਗਾਇਆ ਸੀ ਆਨੰਦ ਵਿਹਾਰ, ਸਾਰੀ ਸੰਗਤ ਉੱਥੇ ਆਉਂਦੀ ਨਹੀਂ ਹੈ, ਸਾਨੂੰ ਵੀ ਸੀਰੀਅਲ ਵਾਂਗੂ ਫਿਲਮਾਂ ਵਾਂਗੂ ਰੀਕੈਪ ਕਰਨਾ ਪੈਂਦਾ ਹੈ। ਕਿਉਂ? ਕਿਉਂਕਿ ਹਰ ਸ਼ਲੋਕ ਪਿਛਲੇ ਨਾਲ ਲਿੰਕਡ ਹੈ। ਫਰੀਦ ਜੀ ਅੱਜ ਸਮਝਾਉਂਦੇ ਨੇ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ, ਮਿੱਤਾਂ ਕਿਹਨੂੰ ਕਹਿੰਦੇ ਨੇ? ਅਸੀਂ ਜਦੋਂ ਤੇਰ ਮੇਰ ਦੇ ਵਿਤਕਰੇ ਪਾਉਂਦੇ ਹਾਂ ਤਾਂ ਕੁਝ ਬੰਦੇ ਸਾਡੇ ਮਿੱਤਰ ਹੁੰਦੇ ਨੇ ਔਰ ਕੁਝ ਸਾਡੇ ਦੁਸ਼ਮਣ ਹੁੰਦੇ ਨੇ। ਅਸੀਂ ਉਸ ਦਿਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਇਸ ਬਾਣੀ ਮੁਤਾਬਕ ਜੀ ਹੀ ਨਹੀਂ ਪਾਉਂਦੇ ਹਾਂ, ਜਿਸ ਦੇ ਵਿੱਚ ਉਹ ਕਹਿੰਦੇ ਨੇ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮਕੋ ਬਨਿਆਈ। ਮੈਨੂੰ ਮੇਰਾ ਮਿੱਤਰ ਸਮਝ ਨਹੀਂ ਆਉਂਦਾ, ਮੈਂ ਲੋਕਾਂ ਨੂੰ ਮਿੱਤਰ ਸਮਝ ਲੈਂਦਾ। ਮੈਨੂੰ ਮੇਰਾ ਦੁਸ਼ਮਣ ਸਮਝ ਨਹੀਂ ਆਉਂਦਾ, ਇਸ ਕਰਕੇ ਮੈਂ ਮਨ ਨੂੰ ਮਿੱਤਰ ਸਮਝ ਲੈਂਦਾ ਔਰ ਮਨ ਮੇਰਾ ਨਾਇਕ ਬਣਨ ਦੇ ਬਦਲੇ ਖਲ ਨਾਇਕ ਬਣ ਜਾਂਦਾ ਹੈ। ਮਨ ਮੈਨੂੰ ਸਿੱਧੇ ਪਾਸੇ ਪਾਉਂਦਾ ਹੀ ਨਹੀਂ ਹੈ, ਮੇਰਾ ਮਨ ਘਰ ਅੰਦਰ ਆਉਂਦਾ ਹੀ ਨਹੀਂ ਹੈ, ਮੇਰਾ ਮਨ ਬਾਹਰ ਭਟਕਦਾ ਰਹਿੰਦਾ ਹੈ। ਉਹਨੂੰ ਕਹਿੰਦੇ ਨੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਮੇਰਾ ਮਨ ਬਾਹਰ ਭਟਕ ਰਿਹਾ ਔਰ ਬੈਰੀ ਬਿਗਾਨਾ ਵਿੱਚ ਪਿਆ ਹੋਇਆ। ਇਸ ਮਨ ਨੂੰ ਕਿਹਾ ਸੁਣ ਸਾਜਨ ਪ੍ਰੇਮ ਸੰਦੇਸ਼ਰਾ, ਅੱਖੀਂ ਤਾਰ ਲਗਨ ਕੰਟੀਨਿਊਸਲੀ ਸੱਚ ਨੂੰ ਸੁਣ। ਗੁਰ ਤੁਠੈ ਸੱਜਣ ਮਿਲਿਆ ਜਨ ਨਾਨਕ ਸੁਖ ਸਵੰਨ, ਤੈਨੂੰ ਤਾਂ ਆਤਮਕ ਚੈਨ ਦੀ ਨੀਂਦ ਆਇਆ ਕਰੇਗੀ। ਤੂੰ ਸੌਂਦੇ ਵੀ ਵਾਹ ਉਚਰੇ, ਉੱਠਦੇ ਵੀ ਵਾਹ ਕਰੇਨ ਵਾਲੀ ਅਵਸਥਾ 'ਚ ਰਹੇਗਾ। ਤੂੰ ਹਰ ਵੇਲੇ ਪਲੀਜ਼ਡ ਰਹੇਗਾ, ਵਿਗਾਸ ਵਿੱਚ ਰਹੇਗਾ, ਖੇੜੇ ਵਿੱਚ ਰਹੇਗਾ, ਭਾਵੇਂ ਸੁੱਤਾ ਹੈ ਅਤੇ ਭਾਵੇਂ ਜਾਗਦਾ ਹੈ। ਸੋ ਜਦੋਂ ਤੱਕ ਅਸੀਂ ਕੁਦਰਤ ਕੇ ਸਭ ਬੰਦੇ ਨਹੀਂ ਨਾ ਵੇਖਦੇ ਤਾਂ ਤੱਕ ਅਸੀਂ ਸਾਰਿਆਂ ਤੋਂ ਵਾਰਨ ਨਹੀਂ ਜਾ ਸਕਾਂਗੇ, ਜਾ ਪਾਵਾਂਗੇ। ਔਰ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਦਾ ਮਤਲਬ ਹੁੰਦਾ ਹੈ ਜੋ ਸਾਰਿਆਂ ਨੂੰ ਪਿਆਰ ਕਰਦਾ ਹੈ, ਜੋ ਸਾਰਿਆਂ ਨੂੰ ਆਪਣੀ ਗਲਵੱਕੜੀ ਵਿੱਚ ਲੈਣ ਨੂੰ ਤਿਆਰ ਹੈ, ਜੋ ਸਾਰਿਆਂ ਵਾਸਤੇ ਆਪਣੇ ਸੁੱਖ ਆਰਾਮ ਵਾਰਨ ਨੂੰ ਤਿਆਰ ਹੈ। ਫਰੀਦ ਜੀ ਕਹਿੰਦੇ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ, ਸਾਧ ਸੰਗਤ ਜੀ ਜੇ ਇਹਦੇ ਸਿੰਪਲ ਮੀਨਿੰਗ ਸਮਝਦੇ ਹੋ ਨਾ, ਮੇਰੇ ਘਰ ਮਹਿਮਾਨ ਆਏ ਪਰ ਮੈਂ ਉਹਨਾਂ ਤੋਂ ਵਾਰਨੇ ਨਹੀਂ ਗਿਆ, ਮੈਂ ਉਹਨਾਂ ਦੀ ਮਹਿਮਾਨ ਨਿਵਾਜ਼ੀ ਨਹੀਂ ਕੀਤੀ, ਮੈਂ ਉਹਨਾਂ ਨੂੰ ਪੁੱਛਿਆ ਹੀ ਨਹੀਂ। ਸਾਧ ਸੰਗਤ ਜੀ ਅਸੀਂ ਮਹਿਮਾਨ ਜੇ ਅਮੀਰ ਆਇਆ ਹੈ ਉਹਨੂੰ ਖਾਧੇ 'ਤੇ ਵੀ ਖਵਾਉਂਦੇ ਹਾਂ, ਉਹਦੇ ਕੋਲ ਸਪੈਸ਼ਲ ਸਮਾਂ ਕੱਟ ਕੇ ਵੀ ਬੈਠਦੇ ਹਾਂ। ਉਸ ਦਿਨ ਭਾਵੇਂ ਸਾਡੀ ਜੱਜ ਨਾਲ ਅਪੁਆਇੰਟਮੈਂਟ ਹੋਵੇ, ਭਾਵੇਂ ਪ੍ਰਾਈਮ ਮਿਨਿਸਟਰ ਨਾਲ ਅਪੁਆਇੰਟਮੈਂਟ ਹੋ, ਭਾਵੇਂ ਦੁਨੀਆ ਭਰ ਦਾ ਕੋਈ ਕੰਮ ਹੋਏ, ਇਹ ਮਹਿਮਾਨ ਕੰਮ ਦਾ ਹੈ ਤਾਂ ਅਸੀਂ ਉਹਦੇ ਨਾਲ ਬੈਠਦੇ ਹਾਂ। ਇਹ ਮੈਨੂੰ ਕੌਣ ਸਿਖਾ ਰਿਹਾ? ਮੇਰਾ ਮਨ। ਮੇਰਾ ਮਨ ਮੇਰੇ ਕੋਲੋਂ ਵਿਤਕਰੇ ਕਰਾਉਂਦਾ ਹੈ। ਦੇਖੋ ਗੁਰਮਤ ਕਿਸ ਤਰ੍ਹਾਂ ਮਨੁੱਖ ਦੀ ਸਾਈਕੋਲੋਜੀ ਨੂੰ ਫਿਕਸਅਪ ਕਰਦੀ ਹੈ, ਉਹਦੇ ਕਾਰਨ ਉਹਦਾ ਆਚਰਣ ਫਿਕਸਅਪ ਹੁੰਦਾ, ਉਹਦੇ ਕਾਰਨ ਉਹਦਾ ਬਿਹੇਵੀਅਰ ਬਾਹਰ ਮੈਨੀਫੈਸਟ ਹੁੰਦਾ ਹੈ। ਜਦੋਂ ਉਹਦਾ ਬਿਹੇਵੀਅਰ ਸਪਿਰਿਚੁਅਲ ਹੋ ਜਾਂਦਾ ਹੈ ਤਾਂ ਫਿਰ ਉਹਦੇ ਨਾਲ ਸਮਾਜ ਠੀਕ ਹੁੰਦਾ ਹੈ। ਇਹਦਾ ਮਤਲਬ ਅੱਜ ਜੇ ਸਮਾਜ ਗਲਤ ਹੈ ਤਾਂ ਉਹਦਾ ਜ਼ਿੰਮੇਵਾਰ ਮੈਂ ਹਾਂ, ਕਿਉਂਕਿ ਸਮਾਜ ਦਾ ਮੈਂ ਹਿੱਸਾ ਹਾਂ ਔਰ ਮੈਂ ਉਹ ਸਪਿਰਿਚੁਅਲਿਟੀ ਜੀ ਨਹੀਂ ਰਿਹਾ। ਫਰੀਦ ਜੀ ਕਹਿੰਦੇ ਜੇ ਮੈਂ ਹੁੰਦਾ ਵਾਰਿਆ, ਮੇਰੇ ਘਰ ਜੇ ਕੋਈ ਗਰੀਬ ਆ ਜਾਏ ਤਾਂ ਮੈਂ ਕਹਿੰਦਾ ਠੀਕ ਹੈ ਉਹਨੂੰ ਅਖਬਾਰ ਦੇ ਦਿਓ, ਉਹਨੂੰ ਜਲਦੀ ਤੋੜ ਦਿਓ, ਟਾਈਮ ਲੈ ਲੇਗਾ, ਐਵੇਂ ਸਮਾਂ ਮੇਰਾ ਖਾ ਜਾਏਗਾ, ਮੈਂ ਵਿਹਲਾ ਨਹੀਂ ਹਾਂ। ਲੇਕਿਨ ਜੇ ਮੇਰੇ ਕੰਮ ਦਾ ਬੰਦਾ ਆਇਆ ਤਾਂ ਮੈਂ ਵਿਹਲਾ ਵੀ ਹਾਂ, ਮੈਂ ਉਹਦੇ ਕੋਲ ਵੀ ਬੈਠ ਸਕਦਾ, ਮੈਂ 10 ਪਕਵਾਨ ਵੀ ਬਣਵਾਵਾਂਗਾ। ਇਹੀ ਵਿਤਕਰਾ ਸਾਨੂੰ ਵੰਡ ਛਕਣਾ ਨਹੀਂ ਕਰਾ ਪਾ ਰਿਹਾ, ਕਿਉਂਕਿ ਪਹਿਲਾਂ ਅਸੀਂ ਗੱਲ ਇੱਥੋਂ ਸ਼ੁਰੂ ਕੀਤੀ ਹੈ, ਅਮੀਰੀ ਗਰੀਬੀ ਦਾ ਵਿਤਕਰਾ ਮੇਰੇ ਅੰਦਰ ਹੈ, ਜ਼ਾਤ ਪਾਤ ਦਾ ਵਿਤਕਰਾ ਮੇਰੇ ਅੰਦਰ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਜ਼ਾਤ ਕਾ ਗਰਬ ਨਾ ਕਰਿਓ ਭਾਈ। ਸਾਧ ਸੰਗਤ ਜੀ ਇਹੀ ਸਾਰੀ ਚੀਜ਼ ਸਾਡੇ ਅੰਦਰ ਵੰਡੀਆਂ ਪਾ ਰਹੀ ਹੈ। ਅੱਜ ਇਲੈਕਸ਼ਨ ਆ ਗਿਆ, ਸਾਡੇ ਅੰਦਰ ਵੰਡੀਆਂ ਹੋ ਗਈਆਂ ਨਾ। ਕਿਸ ਤਰ੍ਹਾਂ ਅਸੀਂ ਦੂਜੀ ਪਾਰਟੀ ਵਾਲੇ ਨੂੰ ਜੱਫੀ ਪਾ ਪਾਵਾਂਗੇ? ਨਹੀਂ ਪਾ ਪਾਵਾਂਗੇ, ਨਹੀਂ ਪਾ ਪਾਵਾਂਗੇ। ਕਿਉਂ? ਕਿਉਂਕਿ ਇਲੈਕਸ਼ਨ ਦਾ ਇੱਕੋ ਹੀ फार्मूला ਹੁੰਦਾ है, अपनी सीट को प्राप्त करने के लिए दूसरे की रज के निंदा करो। और गुरबाणी का असूल कह रहा निंदा भली किसे के ना है। गुरबाणी का असूल कह रहा करन ना सुने काहू की निंदा। गुरबाणी ਅਤੇ ਅਕਾਲ ਤਖਤ ਦੀ ਰਹਿਤ ਮਰਿਆਦਾ ਇਲੈਕਸ਼ਨ ਦੱਸਦੀ ਹੀ ਨਹੀਂ ਹੈ। ਕਿਸੇ ਕੁਝ ਗੜਬੜ ਹੋ ਗਿਆ ਨਾ ਸਾਡਾ। ਅਸੀਂ ਸਾਰਿਆਂ ਨੂੰ
ਆਪਣੀ ਸਿੱਖ ਭਰਾਵਾਂ ਨੂੰ ਐਮਬਰੇਸ ਨਹੀਂ ਕਰ ਪਾ ਰਹੇ। ਗੋਲ ਪਗੜੀ ਵਾਲਾ ਲੰਬੀ ਪਗੜੀ ਵਾਲੇ ਨੂੰ ਐਮਬਰੇਸ ਕਰ ਪਾ ਰਿਹਾ, ਚਿੱਟੀ ਪਗੜੀ ਵਾਲਾ ਕਾਲੀ ਵਾਲੇ ਨੂੰ ਨਹੀਂ ਐਮਬਰੇਸ ਕਰ ਪਾ ਰਿਹਾ। ਕਿਉਂਕਿ ਇਹ ਸਾਰਾ ਸਮਾਜ, ਸਾਸੰਗ ਜੀ, ਸਾਰਾ ਸਮਾਜ ਨਾ ਫਿਕਸਅਪ ਹੋ ਸਕਦਾ ਹੈ, ਮੈਂ ਨਹੀਂ ਕਰ ਸਕਦਾ ਹਾਂ। ਗੁਰੂ ਪਾਤਸ਼ਾਹ ਜੀ ਦੀ ਬਾਣੀ ਦੀ ਵਿਚਾਰ ਜੇਕਰ ਇੰਜ ਕੀਤੀ ਜਾਏ, ਵੇਅਰ ਵੀ ਆਰ ਮਿਸਟੇਕਨ, ਰਾਹ ਭੂਲੇ ਥੇ ਕਹਾਂ ਸੇ ਹਮ, ਅਸੀਂ ਰਾਹ ਕਿੱਥੋਂ ਭੁੱਲੇ ਸਾਂ, ਉੱਥੇ ਸਾਨੂੰ ਦੁਬਾਰਾ ਯੂ ਟਰਨ ਕਰਕੇ ਜਾਣਾ ਪਏਗਾ ਔਰ ਠੀਕ ਟਰਨ ਲੈ ਕੇ ਸਾਨੂੰ ਸਿੱਧੇ ਰਾਹ 'ਤੇ ਚੱਲਣਾ ਪਏਗਾ। ਫਰੀਦ ਜੀ ਕਹਿੰਦੇ ਨੇ, ਜੇ ਮੈਂ ਆਪਣੇ ਬਿਗਾਨੇ ਦੀ ਅਵਸਥਾ 'ਚ ਹਾਂ ਨਾ, ਤਾਂ ਮੇਰੇ ਘਰ ਜਦੋਂ ਮਹਿਮਾਨ ਆਉਂਦਾ ਤਾਂ ਮੈਂ ਵਿਤਕਰਾ ਕਰਦਾ ਹਾਂ। ਜੇ ਮੈਂ ਹੁੰਦਾ ਵਾਰਿਆ, ਜੇ ਮੇਰੇ ਘਰ ਮਹਿਮਾਨ ਆਉਂਦਾ ਔਰ ਮੈਂ ਉਹਦੇ 'ਤੇ ਵਾਰਨੇ ਜਾਂਦਾ ਤਾਂ ਮੈਂ ਸੁਖੀ ਰਹਿਣਾ ਸੀ। ਕਿਉਂਕਿ ਮਹਿਮਾਨ ਦਾ ਮੈਂ ਸਟੇਟਸ ਨਹੀਂ ਸੀ ਵੇਖਣਾ, ਮਹਿਮਾਨ ਨੂੰ ਮੈਂ ਬਾਹਰੋਂ ਨਹੀਂ ਸੀ ਵੇਖਣਾ, ਮਹਿਮਾਨ ਦੀ ਅਮੀਰੀ, ਮਹਿਮਾਨ ਦੇ ਕੱਪੜੇ, ਮਹਿਮਾਨ ਦੇ ਬ੍ਰਾਂਡ ਨੇਮ ਦੇ ਕੱਪੜੇ, ਮਹਿਮਾਨ ਦਾ ਸਟੇਟਸ ਕੀ ਹੈ, ਮਹਿਮਾਨ ਦਾ ਭੇਖ ਕੀ ਹੈ, ਮਹਿਮਾਨ ਦਾ ਧਰਮ ਕਿਹੜਾ ਹੈ। जितने बाणी दे असूल ने ना, अवल अल्लाह नूर पाया कुदरत के सब बंदे, एक नूर ते सब जग उपजा, कौन भले को मंदे, बुरा भला को किसनो कहिए सगले जी तुम्हारे। या बाणी दा असूल सामने आएगा, फरीदा खालक खलक में खलक वसै रब माए, मंदा किसनो आखी है जा तिस बिन कोई ना है। साध संगत जी, जदों असीं ये पंक्तियां बोलते हैं ना, मैनूं ये लगता है कि संगतां नूं समझ आ रहीआं ने। कोई इत्थे मैं सियाणा नहीं आ गया, मेरे नालों ज़्यादा पढ़न वालियां संगतां विचारन वालियां बैठियां, असीं ते जल्दी जल्दी पंक्ति बोल दित्ती, फरीदा खालक खलक मैं, रब जी सारी दुनिया च वसदे ने, खलक वसै रब माए, सारियां विच रब वसदा है, सारे रब दी नियम विच रहिंदे ने। मंदा किस नूं आखे, फिर भैड़ा किस नूं आखदा पिया। जदों बाणी कहंदी पई ना को मूर्ख ना को सियाणा, ਅਸੀਂ ਕਿਸ ਤਰ੍ਹਾਂ ਵਿਤਕਰੇ ਕਰਦੇ ਹਾਂ। ਸਾਡੇ ਇਹਨਾਂ ਵਿਤਕਰਿਆਂ ਦੇ ਕਾਰਨ, ਮੈਂ ਕੱਲ ਸਾਂਝ ਕੀਤੀ ਸੀ ਕਿ ਮੈਨੂੰ ਐਟਲਾਂਟਾ ਤੋਂ ਪਿਛਲੇ 2 ਮਹੀਨੇ ਪਹਿਲਾਂ ਅਸੀਂ ਸੈਮੀਨਾਰ ਕਰਕੇ ਆਏ, ਐਟਲਾਂਟਾ ਤੋਂ ਇੱਕ ਸੱਜਣ ਦਾ ਫੋਨ ਆਇਆ, ਮੈਂ ਇੰਟਰਫੇਥ ਕਰਦਾ, ਇੰਟਰਫੇਥ ਅੰਦਰ ਇੱਕ ਕ੍ਰਿਸਚਨ ਪਾਦਰੀ ਆਇਆ ਔਰ ਕ੍ਰਿਸਚਨ ਪਾਦਰੀ ਮੈਨੂੰ ਸਵਾਲ ਪੁੱਛਦਾ ਹੈ ਕਿ ਮੈਂ ਸਿੱਖੀ ਉੱਤੇ PhD ਕਰਨਾ ਚਾਹੁੰਦਾ, ਤਾਂ ਮੈਨੂੰ ਆਪਣੇ ਗੁਰਮਤ ਦਾ ਦੱਸੋ ਕਿ ਗੁਰਮਤ ਵਿੱਚ ਗ੍ਰੰਥੀ ਇਜ਼ ਇਕੁਅਲ ਟੂ ਪਾਦਰੀ, ਪੈਸਟਰ। ਉਹਨੇ ਮੈਨੂੰ ਇੱਕ ਕੁਐਸਚਨ ਪੁੱਛਿਆ, ਮੈਂ ਉਹਨੂੰ ਕਿਹਾ ਮੈਂ ਕੁਐਸਚਨ ਦਾ ਆਨਸਰ ਸਿੱਖਾਂ ਦੀ ਪ੍ਰੈਕਟਿਸ ਮੁਤਾਬਕ ਦਿਆਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਦਿਆਂ। ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ। ਅਤੇ ਮੈਂ ਉਹਨੂੰ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਗ੍ਰੰਥੀ ਨਹੀਂ ਹੁੰਦਾ। ਸਾਨੂੰ ਸਿਖਾਇਆ ਗਿਆ ਆਪ ਸਵਾਰੇ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਸਾਨੂੰ ਸਿਖਾਇਆ ਗਿਆ ਆਪਣ ਹੱਥੀ ਆਪਣਾ आपे ही काज सवारी है। लेकिन असी वितकरा कर लिया, ए ग्रंथी जी ने, ए सेवादार जी ने, ए रागी सिंह जी ने, ए कथाकार जी ने, ए प्रचारक ने। वेखण वाली, सोचण वाली, विचारन वाली गल है, उन्होंने भी पूछ के देख लो, वो भी रब जी दे बंदे ने, वो भी साडे वांगू मनुख ने, उन्होंने भी टब्बर ने, वो भी पढ़ते हैं, उन्होंने वोटी बच्चे ने, उन्होंने इंश्योरेंस, उन्होंने घर, उन्होंने सब कुछ असी कर सकते हैं, उच्चियां तनख्वाहां रख सकते हैं, पर सानू वेल नहीं है नगर कीर्तन और सोने दियां पालकियां तो, सोने चाड़न तो, संगमरमर चाड़न तो, वो तो असी ध्यान नहीं रखते। लेकिन असी प्रबंधक हो के गुरुद्वारे आके उन्होंने डिस्क्रिमिनेशन करते हैं, क्योंकि सानू अमीरी गरीबी की डिस्क्रिमिनेशन की आदत पई हुई है। फरीद जी इस फ्यूडल सिस्टम नू तोड़ना चाहते हैं। फरीद जी बहुत टूंगी रेवोल्यूशन करते हैं कि मेरे घर जे ग्रंथी सिंह जी आ जान, मैं उन्होंने की ट्रीट करांगा, ए गुरुद्वारे का भाई है नहीं, मैं उन्होंने ट्रीट करांगा ए रब जी का यूनीक बनाया हुआ मनुख है। वो भी बाणी पढ़ के अपना जीवन बनाते हैं, सानू भी बाणी पढ़ के अपना जीवन बनाना चाहिए है। सो क्रिश्चैनिटी के कंपैरिजन गुरमत ये कहती है विचोला कोई नहीं होंदा, क्योंकि उसने दूजा क्वेश्चन किया, पैस्टर वांगू ग्रंथी की ड्यूटी है कि ग्रंथी शुड कनैक्ट द पीपल विद गॉड। कोई किसी नूं रब नाल नहीं जोड़ सकता। साडा फर्ज बनता है असी बाणी पढ़ के आप सीखीए। और बाणी अज दे श्लोक विच मैनूं कह रही है, तू अपने पहला मन दे अंदर रब जी नूं वसा, वसे हुए ने उन्होंने इनवाइट कर, रब जी तेरे अंदर
ਮਹਿਮਾਨ ਹਨ। ਤੂੰ ਉਹਨਾਂ ਦੀ ਆਵਾਜ਼ ਉਹਨਾਂ ਦੇ ਸੁਨੇ ਤੋਂ ਵਾਰਨੇ ਜਾਇਆ ਕਰ। ਫਰੀਦ ਜੀ ਕਹਿੰਦੇ ਮੈਂ ਇੰਜ ਕੀਤਾ ਨਹੀਂ। ਫਰੀਦ ਜੀ ਸਾਡੇ ਤੇ ਟੁਕਾ ਕੇ ਕਹਿ ਰਹੇ ਨੇ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ, ਪਰ ਮੇਰਾ ਮਨ ਨੇ ਵਿਤਕਰੇ ਕੀਤੇ ਹੋਏ ਸਨ, ਇਸ ਕਰਕੇ ਮੇਰਾ ਮਨ ਮੇਰੇ ਘਰ ਅੰਦਰ ਆਇਆ ਹੀ ਨਹੀਂ। ਜੇ ਆਂਦਾ ਤਾਂ ਅੰਦਰ ਵਸਦੇ ਰੱਬ ਜੀ ਨੂੰ ਮਹਿਮਾਨ ਬਣਾ ਕੇ ਮੇਰਾ ਮਨ ਸੱਚ ਨਾਲ ਜੁੜ ਸਕਦਾ ਸੀ ਔਰ ਸਾਰਿਆਂ ਤੋਂ ਵਾਰਨੇ ਜਾ ਸਕਦਾ ਸੀ। ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ। ਅੱਗੇ ਕਹਿੰਦੇ ਨੇ ਜੇ ਇੰਜ ਨਾ ਕਰੋ ਤਾਂ ਕੀ ਹੁੰਦਾ ਹੈ, ਹੇੜਾ ਜਲੇ ਮਜੀਠ ਜਿਉਂ। ਹੇੜਾ ਹੁੰਦਾ ਹਿਰਦਾ, ਹੀੜਾ ਜਲੇ ਮਜੀਠ ਜਿਉਂ। ਮਜੀਠ ਹੁੰਦਾ ਹੈ ਲਾਲ ਰੰਗ, ਉੱਪਰ ਅੰਗਾਰਾ। ਜਿਸ ਤਰ੍ਹਾਂ ਕੋਇਲੇ ਭਖਦੇ ਬਲਦੇ ਹੁੰਦੇ ਨੇ ਨਾ, ਇਸ ਤਰੀਕੇ ਦੀ ਮੇਰੀ ਅਵਸਥਾ ਬਣ ਜਾਂਦੀ ਹੈ। ਧੁਕ ਧੁਕ ਉੱਠਣ ਪਾਸ ਦੀ ਅਵਸਥਾ ਬਣ ਜਾਂਦੀ ਹੈ। ਅੱਜ ਕੁਦਰਤੀ ਸੰਗਰਾਂਦ ਦਾ ਸ਼ਬਦ ਪੜ੍ਹਿਆ ਗਿਆ ਦਰਬਾਰ ਸਾਹਿਬ ਤੋਂ ਟੀਵੀ ਤੇ, ਫਲਗੁਣ ਆਨੰਦ ਉਪਾਰਜਨਾ। ਤੇਰੀ ਜ਼ਿੰਦਗੀ ਦਾ ਫਲ ਗੁਣ ਆਨੰਦ ਤੈਨੂੰ ਆ ਸਕਦਾ ਹੈ ਉਪਾਰਜਨਾ, ਜੇ ਤੂੰ ਅੰਦਰੋਂ ਇਸ ਨੂੰ ਮਹਿਸੂਸ ਕਰ ਸਕੇ, ਪ੍ਰਗਟ ਕਰ ਸਕੇ। ਸਾਡਾ ਸਭ ਦਾ ਕੰਮ ਪਤਾ ਕੀ ਹੈ? ਕੰਮ ਹੈ ਕਿ ਮੇਰੇ ਅੰਦਰ ਰੱਬ ਵਸਦਾ ਹੈ, ਮੈਂ ਉਸ ਦਾ ਸੁਨਿਆ ਸੁਣ ਕੇ ਉਹਨੂੰ ਆਪਣੇ ਗੁਣਾਂ ਵਿੱਚ ਬਾਹਰ ਮੈਨੀਫੈਸਟ ਕਰ ਸਕਾਂ। ਦਿਖਾਵਾ ਨਹੀਂ, ਮੇਰੇ ਸੁਭਾਅ ਵਿੱਚੋਂ ਟਪਕੇ, ਮੇਰੀ ਬਾਡੀ ਲੈਂਗੁਏਜ ਵਿੱਚੋਂ ਟਪਕੇ, ਸਭ ਨਾਲ ਮੇਰਾ ਬਿਹੇਵੀਅਰ ਇਕੁਅਲ ਹੋ ਜਾਵੇ। ਮੈਨੂੰ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਅਮੀਰ, ਗਰੀਬ, ਰਿਕਸ਼ਾ ਟਾਂਗੇ ਚਲਾਉਣ ਵਾਲਾ ਤੋਂ ਲੈ ਕੇ ਨੌਕਰ ਚਾਕਰ ਤੱਕ ਸਾਰਿਆਂ ਦੇ ਨਾਲ ਬਿਨਾਂ ਵਿਤਕਰੇ ਤੋਂ ਵਤੀਰਾ ਆ ਜਾਵੇ। ਅੱਜ ਤੇ ਕਮਿਊਨਲ ਹੇਟਰੇਟ ਕਿਤਨੀ ਵੱਧ ਗਈ ਹੈ, ਕੁਛ ਵੀ ਜ਼ਰਾ ਜਿਹਾ ਕਿਸੇ ਨੂੰ ਬਰਦਾਸ਼ਤ ਨਹੀਂ ਹੈ। ਅਸੀਂ ਸਾਰੇ ਉੱਪਰ ਅੰਗਾਰੇ ਵਾਂਗੂ ਸੜਦੇ ਪਏ ਹਾਂ। ਫਰੀਦ ਜੀ ਕਹਿੰਦੇ ਨੇ, ਫਰੀਦਾ ਜੇ ਮੈਂ ਹੁੰਦਾ ਵਾਰਿਆ। ਅਸੀਂ ਇਹ ਵਿਤਕਰਾ ਕਰਦੇ ਹੀ ਹਾਂ, ਔਰ ਇਹ ਵਿਤਕਰਾ ਰੱਬ ਜੀ ਨੇ ਨਹੀਂ ਕਰਾਇਆ। ਇਹ ਪੁਆਇੰਟ ਮੈਂ ਪਹਿਲਾਂ ਸਾਂਝ ਕੀਤੀ ਸੀ, ਕਿਉਂਕਿ ਬਾਣੀ ਮੈਨੂੰ ਸਿਖਾ ਰਹੀ ਹੈ। ਹੂੰ ਆਪੇ ਪਰਮ ਪੁਲਾਣੀ, ਹੂੰ ਆਪੇ ਪਰਮ ਪੁਲਾਣੀ। ਮੇਰੇ ਸਾਹਿਬਾ, ਮੇਰੇ ਸਾਹਿਬਾ, ਹੂੰ ਆਪੇ ਪਰਮ ਪੁਲਾਣੀ, ਹੂੰ ਆਪੇ ਪਰਮ ਪੁਲਾਣੀ। ਅੱਖਰ ਲਿਖੇ ਸੇਈ ਗਾਵਾਂ, ਅਵਰ ਨਾ ਜਾਣਾ ਬਾਣੀ। ਅੱਖਰ ਲਿਖੇ ਸੇਈ ਗਾਵਾਂ, ਅਵਰ ਨਾ ਜਾਣਾ ਬਾਣੀ। ਹੂੰ ਆਪੇ ਪਰਮ ਪੁਲਾਣੀ, ਹੂੰ ਆਪੇ ਪਰਮ ਪੁਲਾਣੀ। ਮਨੂੰ ਕਿਸੇ ਨੇ ਭੁਲੇਖਾ ਨਹੀਂ ਪਾਇਆ, ਮੈਂ ਆਪ ਭੁੱਲੀ ਹਾਂ। ਭੁਲਾਵੜੇ ਭੁੱਲੀ ਪੁੱਲ ਪੁੱਲ ਪਛੋਤਾਣੀ, ਮੈਂ ਦਿਨ ਰਾਤ ਭੁੱਲੀ ਹੋਈ ਹਾਂ। ਸਾਧ ਸੰਗਤ ਜੀ, ਜੇ ਅਸੀਂ ਅਪਸੈਟ ਰਹਿੰਦੇ ਹਾਂ ਔਰ ਹੈਪੀਨੈਸ ਦੀ ਅਵਸਥਾ 'ਚ ਨਹੀਂ ਹਾਂ, ਅਸੀਂ ਆਪਣੀ ਇੰਟਰੋਸਪੈਕਸ਼ਨ ਕਰੀਏ। ਮੈਂ ਕੋਈ ਗਲਤ ਰਾਹ 'ਤੇ ਚੱਲਦਾ ਹਾਂ, ਮੈਂ ਗਲਤ ਸੋਚਦਾ ਹਾਂ, ਮੇਰਾ ਬਿਹੇਵੀਅਰ ਠੀਕ ਨਹੀਂ ਹੈ, ਮੈਨੂੰ ਰੀਸਟਾਰਟ ਕਰਨਾ ਚਾਹੀਦਾ, ਮੈਨੂੰ ਯੂ ਟਰਨ ਲੈਣਾ ਚਾਹੀਦਾ, ਮੈਨੂੰ ਗੁਰੂ ਪਾਤਸ਼ਾਹ ਕੋਲੋਂ ਪੁੱਛਣਾ ਚਾਹੀਦਾ, ਕਾਈਂਡਲੀ ਫਿਕਸ ਅਪ ਮਾਈ ਮੂਡਸ, ਕਾਈਂਡਲੀ ਫਿਕਸ ਅਪ ਮਾਈ ਹੈਬਿਟਸ। ਮੈਂ ਕਿੱਥੋਂ ਗਲਤ ਹੋਇਆ ਗੁਰੂ? ਕਦੇ ਰੁਕ ਕੇ ਸੋਚੀਏ, ਵਿਚਾਰੀਏ। ਮੇਰੇ ਸਾਹਿਬਾ ਹੋ ਆਪੋ ਭਰਮ ਪੁਲਾਣੀ। ਅੱਖਰ ਲਿਖੇ ਸਹੀ ਗਾਵਾਂ। ਅੱਖਰ ਲਿਖੇ ਸਹੀ ਗਾਵਾਂ ਦਾ ਮਤਲਬ ਕਿਸਮਤ ਨੂੰ ਨਹੀਂ ਕਹਿੰਦੇ ਨੇ। ਅੱਖਰ ਲਿਖੇ ਸਹੀ ਗਾਵਾਂ ਦਾ ਮਤਲਬ ਹੈ ਮੈਂ ਆਪਣੀ ਸੋਚਣੀ ਦੇ ਅੱਖਰ ਲਿਖਦੀ ਹਾਂ ਔਰ ਉਹਨਾਂ 'ਤੇ ਹੀ ਟੁਰਦੀ ਰਹਿੰਦੀ ਹਾਂ। ਸਹੀ ਗਾਵਾਂ ਦਾ ਮਤਲਬ ਹੈ ਜੋ ਮੈਂ ਸੋਚਿਆ
ਇਹ ਮਨ ਜੈਸਾ ਸੇਵੇ ਤੈਸੋ ਹੋਏ, ਤੇਹੇ ਕਰਮ ਕਮਾਏ। ਸਾਧ ਸੰਗਤ ਜੀ, ਅੱਖਰ ਲਿਖੇ ਸੇ ਹੀ ਗਾਵਾਂ, ਅਵਰ ਨਾ ਜਾਣਾ ਬਾਣੀ। ਮੈਨੂੰ ਹੋਰ ਕੁਛ ਨਹੀਂ ਆਉਂਦਾ, ਮੈਂ ਸੱਚ ਸੁਣਦਾ ਹੀ ਨਹੀਂ, ਮੈਂ ਸੱਚ ਸੁਣਨਾ ਸਮਝਣਾ ਚਾਹੁੰਦਾ ਹੀ ਨਹੀਂ। ਮੈਨੂੰ ਵਿਕੀਪੀਡੀਆ ਦਿਖਾ ਦਿਓ, ਮੈਨੂੰ ਗੂਗਲ ਦਿਖਾ ਦਿਓ, ਮੈਨੂੰ ਸਮਾਰਟਫੋਨ ਲਗਾ ਦਿਓ, ਮੈਨੂੰ ਦੁਨੀਆ ਭਰ ਦਾ ਟੀਵੀ ਦਿਖਾ ਦਿਓ, ਸੀਰੀਅਲ ਦਿਖਾ ਦਿਓ, ਇੱਧਰ ਉੱਧਰ ਦੀਆਂ ਜਿਤਨੀਆਂ ਮਰਜ਼ੀ ਗੱਲਾਂ ਕਰਾ ਦਿਓ, ਲੇਕਿਨ ਮੈਨੂੰ ਸੱਚ ਨਹੀਂ ਸੁਣਨਾ। ਸੱਚ ਨਹੀਂ ਤੂੰ ਸੁਣੇਗਾ, ਸੁਖੀ ਤੂੰ ਨਹੀਂ ਰਹੇਗਾ। ਪਰ ਤੈਨੂੰ ਰੱਬ ਜੀ ਨੇ ਭਰਮ ਵਿੱਚ ਨਹੀਂ ਪਾਇਆ ਹੈ। ਸਾਧ ਸੰਗਤ ਜੀ, ਮੈਂ ਬਹੁਤ ਬਰੀਕ ਨੁਕਤੇ ਗੁਰਮਤ ਦੇ ਸਾਂਝ ਕਰਨ ਦਾ ਯਤਨ ਕਰਦਾ ਹਾਂ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਗੁਰਮਤ ਦੇ ਉੱਤੇ ਟੁਰਨ ਦੀ ਬਜਾਏ ਗੁਰਮਤ ਤੋਂ ਦੂਰ ਕਿਵੇਂ ਚਲੇ ਜਾਂਦੇ ਹਾਂ। ਜਦੋਂ ਅਸੀਂ ਇਹ ਸਮਝਦੇ ਹਾਂ ਨਾ, ਰੱਬ ਨੇ, ਤੁਸੀਂ ਖੁਦ ਪ੍ਰਚਾਰਕਾਂ ਕੋਲੋਂ ਸੁਣਿਆ ਹੋਣਾ, ਰੱਬ ਨੇ ਮਨੁੱਖ ਬਣਾਇਆ ਹੈ, ਫਿਰ ਕਹਿੰਦੇ ਨੇ ਰੱਬ ਨੇ ਸ੍ਰਿਸ਼ਟੀ ਬਣਾਈ ਹੈ, ਫਿਰ ਕਹਿੰਦੇ ਨੇ ਰੱਬ ਨੇ ਮਾਇਆ ਖਿਲਾਰੀ ਹੋਈ ਹੈ ਮਨੁੱਖ ਨੂੰ ਭਟਕਾਉਣ ਵਾਸਤੇ। ਕਿਤਨਾ ਭਾਰੀ ਐਸਕੇਪਿਜ਼ਮ, ਕਿਤਨਾ ਭਾਰੀ ਮਨੁੱਖਾਂ ਨੂੰ ਗੁੰਮਰਾਹ ਕਰਨ ਦਾ ਢੰਗ। ਗੁਰਮਤਿ 'ਚ ਰੱਬ ਦਾ ਕਨਸੈਪਟ ਹੈ ਕਿ ਰੱਬ ਅੰਧੇਰੇ 'ਚ ਭਟਕੇ ਹੋਇਆਂ ਨੂੰ ਸਿੱਧੇ ਰਾਹ ਪਾਉਂਦਾ ਹੈ। ਦੀਵਾ ਬਲੇ ਅੰਧੇਰਾ ਜਾਏ। ਰੱਬ ਅਗਿਆਨਤਾ ਵਸ ਭਟਕਣਾ 'ਚ ਪਏ ਹੋਏ ਮਨੁੱਖ ਨੂੰ ਸਿੱਧੇ ਰਾਹ ਪਾਉਣ ਦਾ ਗੁਰਮਤ ਦਾ ਕਨਸੈਪਟ ਘੁਮਾ ਹੀ ਦਿੱਤਾ। भगवान ने माया खिलारी हुई है और मनुष्य को भटकाने के लिए। मैनू ते दुनियावी मम्मी पापा नू मैं पुछदा ना, तुसी कदे चाहते हो कि तुहाडा बच्चा घरों बाहर जाए और रस्ता भुल जाए? तुसी कदे चाहते हो कि तुहाडा बच्चा एग्जाम देण जाए और एग्जाम भुल जाए? तुसी कदे चाहते हो कि तुहाडा बच्चा गली 'च खेड रहा है, उन्होंने होर बच्चे मारन? तुसी कदे चाहते हो कि बच्चा पार्क 'च खेडण जाए, उन्होंने कुत्ते वड्डण? ਜਦੋਂ ਤੁਸੀਂ ਦੁਨਿਆਵੀ ਮੰਮੀ ਪਾਪਾ ਨਹੀਂ ਚਾਹੁੰਦੇ ਕਿ ਮੇਰਾ ਬੱਚਾ ਇਸ ਤਰ੍ਹਾਂ ਕਿੱਥੇ ਵੀ ਤੱਤੀ ਵਾਹ ਨਾ ਉਹਨੂੰ ਲੱਗ ਜਾਏ, ਹਾਊ ਕਮ ਗੋਡ ਦੇ ਨਾਲ ਕਨਸੈਪਟ ਜੋੜ ਦਿੱਤਾ ਕਿ ਭਗਵਾਨ ਹੀ ਮਨੁੱਖ ਕੋ ਭਟਕਾਤਾ ਹੈ, ਕਿਉਂਕਿ ਰੱਬ ਨੇ ਮਾਇਆ ਖਿਲਾਰੀ ਹੋਈ ਹੈ। ਸਾਧ ਸੰਗਤ ਜੀ, ਇਹ ਸਾਰੇ ਦੇ ਬਦਲੇ ਗੁਰੂ ਪਾਤਸ਼ਾਹ ਨੇ ਸਾਰੇ ਸ਼ਬਦਾਂ ਨੂੰ ਟੁਕਾਇਆ ਮਨ ਤੇ, ਔਰ ਮਨ ਤੇ ਟੁਕਾ ਕੇ ਸਾਨੂੰ ਟਕੋਰ ਮਾਰੀ ਹੈ, ਮਨ ਮੇਰੇ ਸਤਿਗੁਰ ਕਹਿ ਪਾਣਾ ਚੱਲ। ਇਸ ਕਰਕੇ ਜਿਹੜਾ ਸ਼ਬਦ ਬੜਾ ਵੱਡਾ ਹੈ, ਉਸ ਦਾ ਮੇਰੇ ਕੋਲ ਸਮਾਂ ਨਹੀਂ ਹੈ, ਅਸੀਂ ਫਿਰ ਕਦੇ ਇਸ ਨੂੰ ਪੜ੍ਹਾਂਗੇ। ਜਦੋਂ ਮੈਂ ਆਪਣੇ ਭੁਲੇਖੇ ਵਿੱਚ ਪੈਂਦਾ ਜਾਂ ਪੈਂਦੀ ਹਾਂ, ਉਹਨੂੰ ਕਹਿੰਦੇ ਨੇ ਸਾਉਰੜੀ ਵੱਤ ਸਭ ਕੀ ਸਾਂਝੀ, ਪੇਵ ਕੜੇ ਤਨ ਵੱਖੇ। ਸਹੁਰੇ ਘਰ ਵਿੱਚ ਸਾਂਝ ਹੁੰਦੀ ਹੈ, ਪਰ ਮੈਂ ਜਿਉਂ ਹੀ ਉੱਥੇ ਜਾ ਕੇ ਜਾਂਦੀ ਹਾਂ, ਮੈਨੂੰ ਪੇਕੇ ਤੋਂ ਤੇਰ ਮੇਰ ਦੀ ਆਦਤ ਪਈ ਹੋਈ ਹੈ, ਭੈਣ ਭਰਾ ਨਾਲ ਲੜਨ ਦੀ ਆਦਤ ਪਈ ਹੈ। ਉੱਥੇ ਤੇ ਮੰਮੀ ਪਾਪਾ ਮਾਫ ਕਰ ਦਿੰਦੇ ਸੀ, ਪਰ ਮੈਨੂੰ ਵੱਖਵਾਦ ਦੀ ਆਦਤ ਪਈ ਹੋਈ ਹੈ। ਇਹ ਵੱਖਵਾਦ ਦੀ ਆਦਤ ਜਿਉਂ ਹੀ ਸਾਡੇ ਘਰ ਵਿੱਚ ਨੂੰਹ ਆਉਂਦੀ ਹੈ, ਉਹ ਮੁੰਡੇ ਦੇ ਮੰਮੀ ਪਾਪਾ ਨੂੰ ਬੁੱਢਾ ਬੁੱਢੀ ਕਹਿ ਕੇ ਉਹਨਾਂ ਕੋਲ ਪ੍ਰਾਪਰਟੀ ਖੋਹ ਕੇ ਮੁੰਡਾ ਚੁੱਕ ਕੇ ਲੈ ਜਾਂਦੀ ਹੈ, ਔਰ ਵੱਖ ਹੋ ਜਾਂਦੇ ਨੇ। ਇਸ ਕਰਕੇ ਮੈਂ ਕੁਐਸਚਨ ਕੀਤਾ ਸੀ, ਸਾਡੇ ਘਰ ਬਜ਼ੁਰਗ ਕਿਉਂ ਰੁਲ ਰਹੇ ਨੇ? ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ, ਅਸੀਂ ਆਪਣਿਆਂ ਨੂੰ ਤਾਂ ਮਿੱਤਰ ਸਮਝਦੇ ਨਹੀਂ, ਅਸੀਂ ਦੂਜਿਆਂ ਨੂੰ ਬੇਗਾਨਾ ਅਤੇ ਬੈਰੀ ਦੀ ਅਵਸਥਾ ਕਦੋਂ ਸਿੱਖਾਂਗੇ? ਨਾ ਕੋ ਬੈਰੀ ਨਹੀਂ ਬੇਗਾਨਾ ਦੀ। ਇਹ ਵੱਖਵਾਦ, ਇਹ ਡਿਪਾਰਟ ਹੋ ਜਾਣਾ, ਇਹ ਅਲੱਗ ਹੋ ਜਾਣਾ। ਸਾਧ ਸੰਗਤ ਜੀ, ਜਿਸ ਅਮਰੀਕਾ ਦੀ ਅਸੀਂ ਨਕਲ ਮਾਰਦੇ ਹਾਂ, ਵੈਸਟਰਨਾਈਜ਼ ਨਕਲਾਂ ਮਾਰਦੇ ਹਾਂ, ਉਸ ਅਮਰੀਕਾ ਵਿੱਚ ਵੀ ਮੈਂ ਸਟੱਡੀ ਕੀਤੀ ਚਾਈਲਡ ਸਾਈਕੋਲੋਜੀ ਤੋਂ ਲੈ ਕੇ, ਕਿ ਜਿਹੜੇ ਅਮਰੀਕਨ ਗੋਰਿਆਂ ਦੇ ਬੱਚੇ ਐਵਰੇਜ ਲੈਵਲ ਤੋਂ ਐਬਵ ਲੈਵਲ ਨੇ, ਸਿਆਣੇ ਨੇ, ਇੰਟੈਲੀਜੈਂਟ ਨੇ, ਹਾਇਰ IQ ਹੈ, ਗੁੱਡ ਕਾਈਂਡ ਆਫ ਸਟੂਡੈਂਟਸ ਨੇ, ਉਹ ਸਾਰੇ ਆਪਣੇ ਦਾਦਾ ਦਾਦੀ ਨਾਲ ਰਹਿੰਦੇ ਨੇ। ਦੇ ਲਿਵ ਇਨ ਜੁਆਇੰਟ ਫੈਮਲੀਜ਼। ਪਰ ਅਸੀਂ ਦਿਨੋਂ ਦਿਨ ਵੱਖਵਾਦ ਵਿੱਚ ਪੈ ਰਹੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਨੇ ਰੱਬ ਦੀ ਗੱਲ ਕਰੋ, ਸੌਰੜੀ ਵੱਤ ਸਭ ਕੀ ਸਾਂਝੀ, ਸਾਂਝੀ ਵਾਲਤਾ ਹੈ ਤੇਰ ਮੇਰ ਨਹੀਂ ਹੈ। ਸੌਰੜੀ ਵੱਤ ਸਭ ਕੀ ਸਾਂਝੀ, ਪੇਵ ਕੜੇ ਧਨ ਵੱਖੇ। ਮਨੂੰ ਘਰੋਂ ਪੇਕੇ ਤੋਂ ਹੀ ਆਦਤ ਪਈ ਹੋਈ ਆ ਵੱਖਵਾਦ ਦੀ। ਆਪ ਕੁਚੱਜੀ, ਸਾਸੇ ਕੁਚੱਜੀ ਮੈਂ ਹਾਂ, ਚੰਗੇ ਗੁਣ ਮੇਰੇ ਕੋਲ ਨਹੀਂ ਹਨ, ਆਈਡੀਅਲਸ ਮੈਂ ਪ੍ਰੈਕਟਿਸ ਨਹੀਂ ਕਰਦੀ। ਕਿਸਮਤ ਤੇ ਟੁਕਾ ਦਿੱਤਾ। ਜੇ ਆਈਡੀਅਲਸ ਮੁੰਡਾ ਪ੍ਰੈਕਟਿਸ ਨਾ ਕਰੇ ਤਾਂ ਦੂਜੇ ਘਰ ਚੋਂ ਆਈ ਹੋਈ ਬੱਚੀ ਦੇ ਨਾਲ ਇਸ ਘਰ ਵਿੱਚ ਮਿਸਬਿਹੇਵ ਕਰਦਾ, ਉਸ ਨੂੰ ਡੋਰਮੈਟ ਬਣਾ ਲੈਂਦਾ ਹੈ।
ਇਸ ਕਰਕੇ ਇਹ ਸਾਰਾ ਕੁਝ ਸਾਡੇ ਨਾਲ ਵਾਪਰਦਾ ਜਾਂਦਾ ਹੈ। ਆਪ ਕੁਚੱਜੀ ਦਾ ਬਲੇਮ ਆਪਣੇ ਸਿਰ ਲੈਣਾ ਪਏਗਾ। ਫਿਰ ਨਹੀਂ ਕਵਾਂਗੇ ਰੱਬ ਨੇ ਮਾਇਆ ਖਿਲਾਰੀ ਹੋਈ ਹੈ ਮਨੁੱਖ ਨੂੰ ਭਟਕਾਉਣ ਵਾਸਤੇ, ਕਿਉਂਕਿ ਸ਼ਬਦ ਦਾ ਰਾਵ ਕਰਿਆ ਮੇਰੇ ਸਾਹਿਬਾ ਹੋ ਆਪੋ ਭਰਮ ਭੁਲਾਣੀ, ਅੱਖਰ ਲਿਖੇ ਸਹੀ ਗਾਵਾ ਵਰਨਾ ਜਾਣਾ ਬਾਣੀ, ਸਾਉਰੜੀ ਵਤ ਸਭ ਕੀ ਸਾਂਝੀ, ਪੇਵ ਕੜੇ ਧਨ ਵਖੇ, ਆਪ ਕੁਚੱਜੀ ਦੋਸ਼ ਨਾ ਦੇਉ ਜਾਣਾ ਨਾ ਹੀ ਰੱਖੇ। ਸਾਰਾ ਬਲੇਮ, ਸਾਰੀ ਰਿਸਪੌਂਸਿਬਿਲਿਟੀ ਮੇਰੇ ਸਿਰ ਆ ਗਈ। ਜੇ ਅੱਜ ਮੈਂ ਦੁਖੀ ਹਾਂ ਤਾਂ ਮੇਰੇ ਥਾਟ ਪ੍ਰੋਸੈਸ ਕਰਕੇ ਦੁਖੀ ਹਾਂ, ਜੇ ਮੈਂ ਸੈਲਫਿਸ਼ ਹਾਂ ਤਾਂ ਮੇਰੇ ਥਾਟ ਪ੍ਰੋਸੈਸ ਕਰਕੇ ਹਾਂ, ਜੇ ਮਾਇਆ ਦੀ ਆਦਤ ਮੈਨੂੰ, ਮਾਇਆ ਮੀਨਸ ਮੇਰੇ ਮਨ ਦੀ ਮੰਦੀ ਸੋਚਣੀ ਪਈ ਹੋਈ ਹੈ, ਰੱਬ ਜੀ ਨੇ ਮਾਇਆ ਕੋਈ ਨਹੀਂ ਖਿਲਾਰੀ ਹੋਈ। माया होई नागनी जगत रही लपटाए, मेरे मन की मंदी अवस्था है, जो इसकी सेवा करे तिसी को फिर खाए। जे मेरे मैं मन की मत दे पिछे लगा रहांगा, मनु लोकां नाल सांझ पानी नहीं आएगी। मैं रब जी नूं घर नहीं बुला सकांगा, आवो मीत प्यारे मंगल गावो नारे। मैं रब जी नूं घर नहीं बुला सकांगा क्योंकि मनु मेहमान नवाजी आंदी ही नहीं है। मेहमान मेरे वास्ते सारा मनुख। एक शायर लिखता है, ये जितने दुनिया के बंदे हैं ये सब खुदा के बंदे हैं, नज़र आते रहते हैं, इबादत होती रहती है। सानू ते मनुख ही नहीं पांदा। ਅਸੀਂ ਕਿਸੇ ਨੂੰ ਦੇਖ ਕੇ ਕਿਸ ਨਫ਼ਰਤ ਦੀ ਨਜ਼ਰ ਦੇ ਨਾਲ, ਕਿਸ ਤਰ੍ਹਾਂ ਘੂਰੀ ਵੱਟ ਕੇ, ਕਿਸ ਤਰ੍ਹਾਂ ਮੱਥਾ ਵੱਟ ਕੇ, ਕਿਸ ਤਰ੍ਹਾਂ ਬੋਡੀ ਲੈਂਗੁਏਜ ਵਿੱਚ ਅਸੀਂ ਜੀਂਦੇ ਹਾਂ ਔਰ ਅਸੀਂ ਆਪਣੇ ਇਸ ਨੂੰ ਜੀਵਨ ਸਮਝ ਰਹੇ ਹਾਂ। ਗੁਰੂ ਸਾਹਿਬ ਕਹਿੰਦੇ ਮਤ ਕੋਈ ਜਾਣੇ ਜਗ ਜੀਵਦਾ ਦੂਜੇ ਪਾਏ ਮੁਆਸ, ਇਹ ਜੀਵਨ ਨਹੀਂ ਹੈ। ਸੋ ਫਰੀਦ ਜੀ ਮੈਨੂੰ ਕਹਿੰਦੇ ਨੇ ਇਸ ਵੱਖਵਾਦ ਤੋਂ ਛੁੱਟ, ਔਰ ਇਹ ਵੱਖਵਾਦ ਦੂਸਰਿਆਂ ਦੇ ਅਮੀਰ ਗਰੀਬੀ ਦੇ ਵਿਤਕਰੇ ਦੇ ਕਾਰਨ ਤੈਨੂੰ ਬਾਰ ਪਰਾਏ ਬੈਸਨਾ ਵਿੱਚ ਰੱਖਦਾ ਹੈ। ਤੂੰ ਸੱਚ ਨਾਲ ਜੁੜ ਜਾ, ਔਰ ਸੱਚ ਨਾਲ ਜੁੜੇਗਾ ਤੈਨੂੰ ਆਪਣੇ ਮਨ ਦੇ ਬਾਰੇ ਪਤਾ ਲੱਗ ਜਾਏਗਾ, ਦਰਅਸਲ ਬਿਗਾਨਾ ਮੇਰਾ ਮਨ ਸੀ। ਕਿਉਂ ਮਨ ਕਹਿੰਦਾ ਹੈ ਸਭ ਕੁਝ ਆਪਣਾ ਇੱਕ ਰਾਮ ਪਰਾਇਆ। ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਨਾ ਗੁਰਬਾਣੀ 'ਚੋਂ ਸ਼ਰਾਬ ਦੇ ਬਾਰੇ, ਤਾਂ ਅਸੀਂ ਉਹ ਸ਼ਬਦ ਪੜ੍ਹਦੇ ਹਾਂ, ਬਾਬਾ ਮਨਮਤਵਾਰੋ ਨਾਮ ਰਸ ਪੀਵੇ। ਇਸ ਤੋਂ ਇਲਾਵਾ ਅਸੀਂ ਇੱਕ ਹੋਰ ਸ਼ਬਦ ਹੈ, ਜਿਤ ਪੀਤੈ ਮਤ ਦੂਰ ਹੋਏ। ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਆਪਣਾ ਪਰਾਇਆ ਨਾ ਪਛਾਣੇ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਤੱਕੇ ਖਾਏ। ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ। ਕਿਹਨੂੰ ਕਹਿ ਰਹੇ ਨੇ? ਆਮ ਤੌਰ 'ਤੇ ਅਰਥ ਸੁਣਦੇ ਆ ਸ਼ਰਾਬੀਏ ਨੂੰ। ਸ਼ਰਾਬ ਪੀਂਦਾ ਉਹਨੂੰ ਆਪਣੇ ਔਰ ਪਰਾਏ ਦੀ ਪਛਾਣ ਨਹੀਂ ਰਹਿੰਦੀ। ਸਤਸੰਗ ਜੀ ਫਿਰ ਤੇ ਬੜੀ ਅੱਛੀ ਅਵਸਥਾ ਹੈ ਬਈ, ਉਹਨੂੰ ਸਾਰੇ ਇੱਕੋ ਜਿਹੇ ਲੱਗਦੇ ਨੇ। ਬਟ ਜਦੋਂ ਸ਼ਬਦ ਨੂੰ ਸ਼ਰਾਬੀਏ ਤੋਂ ਇਲਾਵਾ ਆਪਣੇ ਤੇ ਟੁਕਾਵਾਂਗੇ ਨਾ, ਤਾਂ ਕਹਿ ਰਹੇ ਨੇ ਤੂੰ ਹੰਕਾਰ ਦੀ, ਹਉਮੈ ਦੀ ਸ਼ਰਾਬ ਪੀਤੀ ਹੋਈ ਹੈ। ਮਦ, ਝੂਠਾ ਮਦ ਪੀਤਾ ਹੋਇਆ, ਆਪਣੇ ਹੰਕਾਰ ਵਿੱਚ ਰਹਿੰਦਾ। ਜਿਤ ਪੀਤਾ, ਜਿਸ ਹੰਕਾਰ ਨੂੰ ਤੂੰ ਪੀਤਾ ਹੋਇਆ, ਮਤ ਦੂਰ ਹੋਏ, ਤੇਰੀ ਅਕਲ ਟਿਕਾਣੇ ਨਹੀਂ ਰਹੀ। ਹੁਣ ਤੈਨੂੰ ਆਪਣਾ ਪਰਾਇਆ ਸਮਝ ਨਹੀਂ ਆਉਂਦਾ। ਸਤਸੰਗ ਜੀ, ਇਹ ਆਪਣਾ ਪਰਾਇਆ ਕੀ ਹੁੰਦਾ ਹੈ? ਜੇ ਆਪਣਾ ਪਰਾਇਆ ਸਮਝ ਆ ਗਿਆ ਤਾਂ ਗੁਰਬਾਣੀ 'ਚੋਂ ਪਰ ਉਪਕਾਰ ਦੀ ਗੱਲ ਸਮਝ ਆ ਜਾਏਗੀ। ਪਰ ਉਪਕਾਰ ਦਾ ਮਤਲਬ ਕੀ ਹੁੰਦਾ ਹੈ? ਪਰਾਏ ਉੱਪਰ ਉਪਕਾਰ ਕਰਨਾ। ਗੁਰਬਾਣੀ ਅਨੁਸਾਰ ਸਾਰੇ ਆਪਣੇ ਨੇ। ਗੁਰਬਾਣੀ ਅਨੁਸਾਰ ਕੋਈ ਵੈਰੀ ਬਿਗਾਨਾ ਹੀ ਨਹੀਂ ਹੈ। ਫਿਰ ਪਰਾਇਆ ਕੌਣ ਹੈ? ਤਾਂ ਜਦੋਂ ਅਸੀਂ ਬਾਣੀ ਪੜਾਂਗੇ ਤਾਂ ਪਤਾ ਲੱਗੇਗਾ ਪਰਾਇਆ ਹੈ ਦਰਅਸਲ ਮੇਰਾ ਮਨ। ਮੇਰਾ ਮਨ ਮੈਨੂੰ ਕਹਿੰਦਾ ਹੈ ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਮੈਨੂੰ ਰੱਬ ਨਾਲ ਪਰਾਇਆ ਬਣਾ ਦਿੰਦਾ ਹੈ। ਔਰ ਜੇ ਇੱਕ ਵਾਰੀ ਮੈਨੂੰ ਰੱਬ ਮੇਰਾ ਆਪਣਾ ਬਣਾ ਦੇਵੇ
और मेरा मन मेरा सुन साजन प्रेम संदेशना मेरा सज्जन मित्र बन जाए, ਤਾਂ ਪਤਾ ਕੀ ਹੋਏਗਾ, ਫਿਰ ਮੈਨੂੰ ਸਾਰੇ ਆਪਣੇ ਲੱਗਣਗੇ। ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੇ ਚਾਹੇ ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਮੈਨੂੰ ਆਪਣੇ ਪਰਾਏ ਦੀ ਪਛਾਣ ਨਹੀਂ, ਮੈਂ ਆਪਣੇ ਮਨ ਨੂੰ ਆਪਣਾ ਸਮਝ ਬੈਠਾ ਔਰ ਮਨ ਨੇ ਮੈਨੂੰ ਜੰਮ ਬੁੱਧੀ ਵਾਲੀ ਮਨ ਕੀ ਮੱਤ ਦਿੱਤੀ, ਜਿਹਦੇ ਨਾਲ ਮੈਂ ਲੋਕਾਂ ਨਾਲ ਵਿਤਕਰਾ ਪਾਇਆ ਔਰ ਲੋਕਾਂ ਨੂੰ ਮੈਂ ਠੀਕ ਤਰੀਕੇ ਦੇ ਨਾਲ ਬਿਹੇਵੀਅਰ ਕਰ ਨਹੀਂ ਸਕਿਆ। ਗੁਰਮਤ ਦਾ ਬੜਾ ਕੀਮਤੀ ਸਿਧਾਂਤ ਹੈ। ਅਸੀਂ ਆਪਣੇ ਪ੍ਰੋਗਰਾਮ ਦਾ ਨਾਂ ਰੱਖਿਆ ਹੈ ਲਿਵਿੰਗ ਟ੍ਰੈਜਰ, ਜੀਵਨ ਜਾਂਚ ਦਾ ਖਜ਼ਾਨਾ। ਸਾਧ ਸੰਗਤ ਜੀ, ਅਸੀਂ ਪਿਛਲੇ 20-21 ਸਾਲਾਂ ਤੋਂ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹਦਾ ਨਾਂ ਹੈ ਪ੍ਰੋਗਰਾਮ ਦਾ ਜੀਵਨ ਜਾਂਚ ਦਾ ਖਜ਼ਾਨਾ, ਇੰਗਲਿਸ਼ ਵਿੱਚ ਲਿਵਿੰਗ ਟ੍ਰੈਜਰ। ਵੈਬਸਾਈਟ ਹੈ thelivingtreasure.org। ਅਸੀਂ ਬਿਲਕੁਲ ਸ਼ੁਰੂ ਤੋਂ ABC ਤੋਂ ਗੁਰਬਾਣੀ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਅਸੀਂ ਨਵਾਂ ਸਮਾਜ ਉਜਾਗਰ ਕਰ ਰਹੇ ਹਾਂ। ਵੀ ਆਰ ਟਰਾਈਂਗ ਟੂ ਕ੍ਰੀਏਟ ਦ ਨਿਊ ਸੋਸਾਇਟੀ, ਨਿਊ ਸਮਾਜ। ਕਿਉਂਕਿ ਇਸ ਸਮਾਜ ਵਿੱਚ ਕਮਿਊਨਲ ਹੇਟਰੇਡ ਦੇ ਵਿਤਕਰੇ ਪੈ ਗਏ ਨੇ। ਗੁਰਬਾਣੀ ਕਹਿੰਦੀ ਹੈ ਕਮਿਊਨਲ ਹੇਟਰੇਡ ਨਾ ਕਰਿਆ ਕਰ। ਇਸ ਸਮਾਜ ਵਿੱਚ ਅਮੀਰ ਗਰੀਬ ਦੇ ਵਿਤਕਰੇ ਪੈ ਗਏ ਨੇ, ਗੁਰਬਾਣੀ ਕਹਿੰਦੀ ਹੈ ਨਾ ਕਰਿਆ ਕਰ। ਇਸ ਸਮਾਜ ਵਿੱਚ ਜ਼ਾਤ ਪਾਤ ਦੇ ਵਿਤਕਰੇ ਪੈ ਗਏ ਨੇ, ਗੁਰਬਾਣੀ ਕਹਿੰਦੀ ਹੈ ਨਾ ਕਰਿਆ ਕਰ। ਇਸ ਕਰਕੇ ਅਸੀਂ ਹਰ ਸ਼ਬਦ ਵਿੱਚੋਂ ਇਹ ਪੁਆਇੰਟਸ ਲੱਭਦੇ ਹਾਂ ਕਿ ਸਮਾਜ ਕਿਵੇਂ ਠੀਕ ਹੋਏ। ਸੋ ਪਹਿਲਾ ਧਾਰਮਿਕ ਸਿਸਟਮ ਸੀ ਗ੍ਰਸਤੀ छोड़ के जंगल में चले जाओ, सब कुछ त्याग दो, दुनिया माया है, इस्त्री सोना पैसा माया है, इसको छोड़ दो। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚਿਓ ਵੇ ਮੁਕਤ। ਤੂੰ ਜਦੋਂ ਇਸ ਸਮਾਜ ਵਿੱਚ ਜੀ ਕੇ ਇਸ ਸਮਾਜ ਵਿੱਚ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਏ ਦਾ ਜੀਵਨ ਜਾ ਸਿੱਖੇਗਾ ਔਰ ਇਸ ਸਮਾਜ ਦੀ ਸੇਵਾ ਵਿੱਚ ਆ ਜਾਏਗਾ ਨਾ, ਤਾਂ ਸਾਰਿਆਂ ਵਿੱਚ ਰੱਬ ਵੇਖੇਗਾ। ਜਦੋਂ ਸਾਰਿਆਂ ਵਿੱਚ ਰੱਬ ਵੇਖੇਗਾ ਨਾ, ਗੁਰਮਤਿ ਇਹਨੂੰ ਭਗਤੀ ਕਹਿੰਦੀ ਹੈ, ਗੁਰਮਤਿ ਇਹਨੂੰ ਸਪਿਰਿਚੁਅਲਿਟੀ ਕਹਿੰਦੀ ਹੈ, ਗੁਰਮਤਿ ਇਹਨੂੰ ਵਰਸ਼ਿਪ ਕਹਿੰਦੀ ਹੈ, ਗੁਰਮਤਿ ਇਹਨੂੰ ਜੀਵਨ ਜਾਂਚ ਕਹਿੰਦੀ ਹੈ, ਗੁਰਮਤਿ ਇਹਨੂੰ ਇਸ ਨੂੰ ਹਿਊਮੈਨਿਟੀ ਵਾਲਾ ਜੀਵਨ ਕਹਿੰਦੀ ਹੈ। ਵਰਨਾ ਜੰਗਲ ਰਾਜ ਹੋ ਗਿਆ। ਜੰਗਲ ਕਿਆ, ਭਵੇਂ ਮਣਕੰਡਾ ਮੋੜੇ। ਜੰਗਲ ਰਾਜ ਵਿੱਚ ਕੀ ਹੁੰਦਾ ਹੈ? ਸਰਵਾਈਵਲ ਆਫ ਦਾ ਫਿਟੈਸਟ ਅਕੋਰਡਿੰਗ ਟੂ ਦਾ ਡਾਰਵਿਨ। ਜਾਨਵਰ ਆਪਣੇ ਆਪ ਨੂੰ ਬਚਾਉਣ ਵਾਸਤੇ ਦੂਸਰਿਆਂ ਨੂੰ ਮਾਰਦੇ, ਦੂਸਰਿਆਂ ਨੂੰ ਖਤਮ ਕਰਦੇ, ਦੂਸਰਿਆਂ ਨੂੰ ਖਾ ਜਾਂਦੇ ਸਨ। ਇਹ ਸਰਵਾਈਵਲ ਆਫ ਦਾ ਫਿਟੈਸਟ ਸੀ। ਸਾਡੇ ਸਾਰਿਆਂ ਵਿਚਕਾਰ ਜੰਗਲ ਰਾਜ ਹੋ ਗਿਆ। ਜਿਸ ਕੀ ਲਾਠੀ ਉਸੀ ਕਾ ਭੈਂਸ। ਔਰ ਜਦੋਂ ਜੰਗਲ ਰਾਜ ਹੋ ਜਾਏ, ਅੰਧੀ ਨਗਰੀ ਚੌਪਟ ਰਾਜਾ, ਫਿਰ ਸਾਰਾ ਕੁਝ ਗਲਤ ਹੋ ਜਾਂਦਾ ਹੈ। ਸੋ ਅੱਜ ਦੇ ਸ਼ਲੋਕ ਤੋਂ ਅਸੀਂ ਇਹ ਸਮਝਿਆ, ਜੇ ਮੈਂ ਹੁੰਦਾ ਵਾਰਿਆ, ਮੈਂ ਪਹਿਲਾਂ ਆਪਣੇ ਮਨ ਨੂੰ ਸਤਿਗੁਰ ਦੀ ਮੱਤ ਦਿਆਂਗਾ, ਇਹਨੂੰ ਆਪਣਾ ਮਿੱਤਰ ਬਣਾਵਾਂਗਾ ਔਰ ਮਿੱਤਰ ਬਣਾ ਕੇ ਇਸ ਤੋਂ ਵਾਰਨੇ ਜਾਵਾਂਗਾ। ਕਿਉਂਕਿ ਮੇਰਾ ਮਨ ਮੇਰੇ ਸਰੀਰ ਦਾ ਮਾਲਕ ਹੈ, ਰਾਜਾ ਹੈ, ਸੁਲਤਾਨ ਹੈ। ਬਾਹਰਲੇ ਜਿਹੜੇ ਰੱਬ ਦੀਆਂ ਗੱਲਾਂ ਕਰਦੇ ਆ, ਉਹਦੀ ਮੈਂ ਗੱਲ ਨਹੀਂ ਕਰ ਰਿਹਾ। ਅੰਦਰ ਵਸਦੇ ਰੱਬ ਦੀ ਗੱਲ ਸੁਣ ਕੇ ਮਨ ਨੂੰ ਐਲੀਵੇਟ ਕੀਤਾ, ਮਨ ਦੀ ਲਾਈਫ ਦਾ ਪੈਰਾਡਾਈਮ ਸ਼ਿਫਟ ਚੇਂਜ ਹੋਈ ਔਰ ਮਨ ਨੇ ਸਤਿਗੁਰ ਦੀ ਮੱਤ ਲੈ ਲਈ। ਮਨ ਮੇਰਾ ਪਰਾਇਆ ਸੀ, ਮਨ ਮੇਰਾ ਆਪਣਾ ਬਣ ਗਿਆ। ਜਿਉਂ ਹੀ ਮੇਰਾ ਮਨ ਆਪਣਾ ਬਣਿਆ, ਮੇਰਾ ਸਾਰੇ ਲੋਕਾਂ ਨਾਲ ਬਿਗਾਨਾ, ਵੈਰੀ, ਓਪਰਾਪਨ ਖਤਮ ਹੋ ਗਿਆ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨਿਆਈ। ਇਹਨੂੰ ਕਹਿੰਦੇ ਨੇ ਮਾਨਸ ਕੀ ਜ਼ਾਤ ਸਭ ਹੈ ਇੱਕ ਹੈ ਪਹਿਚਾਨ ਬੂ। ਇਸੇ ਨੂੰ ਹੀ ਅੱਜ ਦੇ ਸ਼ਲੋਕ ਵਿੱਚ ਕਹਿ ਰਹੇ ਨੇ, ਵਰਨਾ ਤੂੰ ਸੜਦਾ ਰਹੇਗਾ। ਔਰ ਅਸੀਂ ਸਾਰੇ ਆਪਣੇ ਆਪਣੇ ਘਰਾਂ ਵਿੱਚ ਲੌਕਅਪ ਹੋ ਗਏ ਹਾਂ, ਸਾਰੇ ਕਾਰਨਰ ਹੋ ਗਏ ਹਾਂ, ਸਾਰੇ ਇੱਕ ਦੂਜੇ ਤੋਂ ਟੁੱਟ ਗਏ ਹਾਂ। ਫਰੀਦ ਜੀ ਫਿਊਡਲ ਸਿਸਟਮ ਨੂੰ ਫਿਕਸਅਪ ਕਰਕੇ ਨਵੇਂ ਸਿਰਿਓਂ ਨਵਾਂ ਸਮਾਜ ਸਿਰਜਦੇ ਪਏ ਨੇ। ਮਨ ਤੋਂ ਲੈ ਕੇ ਫਿਰ ਹਰ ਘਰ ਆਏ ਮਹਿਮਾਨ ਉੱਤੇ ਵਾਰਨੇ ਜਾ। ਸਾਨੂੰ ਸਹੀ ਢੰਗ ਨਾਲ ਮਹਿਮਾਨ ਨੂੰ ਮੀਨਸ ਸਾਡੇ ਘਰ ਜੋ ਵੀ ਆਇਆ ਉਸ ਨੂੰ ਅਟੈਂਡ ਕਰਨਾ ਢੰਗ ਨਾਲ ਆ ਜਾਏਗਾ, ਬਿਨਾਂ ਵਿਤਕਰੇ ਤੋਂ ਅਟੈਂਡ ਕਰਿਆ ਕਰਾਂਗੇ। ਔਰ ਦੁਨੀਆ ਵਿੱਚ ਜਿਹੜਾ ਵੀ ਸੜਕ 'ਤੇ ਜਾਂਦਾ ਵੀ ਜਿੱਥੇ ਸਾਨੂੰ ਮਿਲੇਗਾ, ਜਿਸ ਨਾਲ ਅਸੀਂ ਟੱਚ ਹੀ ਚਾਹਾਂਗੇ, ਅਸੀਂ ਉਹਦੇ ਨਾਲ ਉਸ ਤਰੀਕੇ ਦੇ ਨਾਲ ਰੱਬ ਉਹਦੇ 'ਚੋਂ ਵੇਖ ਸਕਾਂਗੇ ਔਰ ਵਾਰਨੇ ਜਾਣਾ ਸ਼ੁਰੂ ਕਰ ਦਾਂਗੇ। ਹਰ ਮਨੁੱਖ ਤੋਂ, ਹਰ ਕੋਲੀ ਤੋਂ। ਉਹਨੂੰ ਕਹਿੰਦੇ ਨੇ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਦਰ ਹੋਏ। ਕਿਉਂਕਿ ਸਾਰਿਆਂ ਵਿੱਚ ਮੈਨੂੰ ਦੇਖਣਾ ਹੈ। ਸਹਿਸ ਤਵ ਨੈਣ ਨਾਨ नैन है तोय को, जितनी दुनिया की आँखें हैं सारी आँखों में तुम बसते हो मेरे रब जी।
सैस्तव नैन नन नान है तोय को, एक मूरत नाना एक तोय। सहस पद बिमल नन एक पद गंध बिन, सहस्तव गांधी चलत मोई। सारा शब्द सानू सिखाता है सारिਆਂ ਵਿਚਕਾਰ ਰੱਬ ਵਸਦਾ ਹੈ। ਔਰ ਇਹ ਵਾਲੀ ਜਦੋਂ ਸਾਡੀ ਅਵਸਥਾ ਬਣੇਗੀ ਤਾਂ ਅਸੀਂ ਇੱਕ ਦੂਜੇ ਤੋਂ ਟੁੱਟਾਂਗੇ ਨਹੀਂ, ਸੜਾਂਗੇ ਨਹੀਂ, ਡਿਸਹਾਰਮਨੀ ਨਹੀਂ ਬਣੇਗੀ, ਭਾਖਿਆ ਭਾਵ ਪਰ ਵਾਲੀ ਅਪਾਰ ਅਵਸਥਾ ਸਿੱਖ ਸਕਾਂਗੇ।